ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 5ਵਾਂ MS ਐਕਸੈਸ ਨਾਲ ਜਾਣ ਪਛਾਣ ਪਾਠ ਲੈ ਕੇ ਹਾਜ਼ਰ ਹਾਂ। ਇਸ ਪਾਠ ਵਿੱਚ ਇਸ ਪੂਰੀ ਵੀਡੀਓ ਦੌਰਾਨ ਅਸੀਂ ਹੇਠ ਲਿਖੇ ਜਿਹੜੇ ਟੌਪਿਕ ਆ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸਾਡੇ ਕੋਲ ਪਹਿਲਾ ਹੈ MS ਐਕਸੈਸ ਨਾਲ ਜਾਣ ਪਛਾਣ, ਰਿਲੇਸ਼ਨਲ ਡਾਟਾਬੇਸ ਨਾਲ ਜਾਣ ਪਛਾਣ, ਐਕਸੈਸ ਦੇ ਕੁਝ ਤਕਨੀਕੀ ਸ਼ਬਦ ਕਿਹੜੇ ਹਨ, MS ਐਕਸੈਸ ਦੇ ਕੰਪੋਨੈਂਟ ਕਿਹੜੇ ਹਨ, ਆਬਜੈਕਟ ਕੀ ਹੁੰਦਾ ਹੈ, ਡਾਟਾ ਟਾਈਪ ਕੀ ਹੁੰਦੀ ਹੈ, MS ਐਕਸੈਸ ਦੀਆਂ ਕੀ ਵਿਸ਼ੇਸ਼ਤਾਵਾਂ ਹਨ, MS ਐਕਸੈਸ ਨੂੰ ਸ਼ੁਰੂ ਕਰਨ ਦੇ ਤਰੀਕੇ ਕਿਹੜੇ ਹਨ, ਟੇਬਲ ਨਾਲ ਕੰਮ ਕਰਨਾ, ਟੇਬਲ ਬਣਾਉਣਾ ਅਤੇ ਬਦਲਣਾ, ਫਾਰਮ ਬਣਾਉਣਾ ਅਤੇ ਬਦਲਣਾ, ਡਾਟਾ ਸੌਰਟਿੰਗ ਕੀ ਹੁੰਦੀ ਹੈ, ਡਾਟਾ ਫਿਲਟਰ ਦਾ ਕੀ ਕੰਮ ਹੁੰਦਾ ਹੈ, ਅਤੇ ਰਿਪੋਰਟ ਅਸੀਂ ਕਿਵੇਂ ਬਣਾ ਸਕਦੇ ਹਾਂ। ਇਹ ਸਾਰੇ ਜਿਹੜੇ ਵਿਸ਼ੇ ਹੈ ਉਹ ਅਸੀਂ ਇਸ ਪੂਰੀ ਵੀਡੀਓ ਦੌਰਾਨ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਗੇ ਹੁਣ ਸਾਡੇ ਕੋਲ MS ਐਕਸੈਸ ਨਾਲ ਜਾਣ ਪਛਾਣ। ਤੇ MS ਐਕਸੈਸ ਦਾ ਜਿਹੜਾ ਪੂਰਾ ਨਾਮ ਹੈ ਉਹ ਹੈ ਮਾਈਕਰੋਸਾਫਟ ਐਕਸੈਸ। ਇਹ ਮਾਈਕਰੋਸਾਫਟ ਆਫਿਸ ਦਾ ਇੱਕ ਪੈਕੇਜ ਹੈ ਜਿਸ ਵਿੱਚ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸੌਫਟਵੇਅਰ ਆਉਂਦੇ ਹਨ, ਜਿਵੇਂ ਕਿ ਮਾਈਕਰੋਸਾਫਟ ਵਰਡ, ਐਕਸਲ, ਪਾਵਰ ਪੁਆਇੰਟ ਅਤੇ ਲਾਸਟ ਸਾਡੇ ਕੋਲ ਮਾਈਕਰੋਸਾਫਟ ਐਕਸੈਸ। ਇਸ ਤੋਂ ਇਲਾਵਾ ਵੀ ਕਈ ਸਾਰੇ ਸੌਫਟਵੇਅਰ ਇਸ ਪੈਕੇਜ ਵਿੱਚ ਆਉਂਦੇ ਹਨ। ਇਹ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਜਿਸ ਨੂੰ ਮਾਈਕਰੋਸਾਫਟ ਕੰਪਨੀ ਵੱਲੋਂ ਬਣਾਇਆ ਗਿਆ ਹੈ। ਇਸ ਦੀ ਵਰਤੋਂ ਡਾਟਾਬੇਸ ਨੂੰ ਬਣਾਉਣ, ਡਾਟਾਬੇਸ ਦਾ ਪ੍ਰਬੰਧ ਕਰਨ ਅਤੇ ਰਿਪੋਰਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਵੱਖ-ਵੱਖ ਪ੍ਰਕਾਰ ਦੇ ਡਾਟਾ ਦੇ ਵਿਚਕਾਰ ਸੰਬੰਧ ਸਥਾਪਿਤ ਕਰਕੇ ਡਾਟਾਬੇਸ ਨੂੰ ਵਧੀਆ ਢੰਗ ਨਾਲ ਮੈਨੇਜ ਕਰ ਸਕਦੇ ਹਾਂ। ਇਸ ਰਾਹੀਂ ਕੁਝ ਬੁਨਿਆਦੀ ਕੰਮ ਜਿਵੇਂ ਡਾਟਾਬੇਸ ਨੂੰ ਖੋਲ੍ਹ ਕੇ ਵੇਖਣਾ, ਡਾਟਾਬੇਸ ਨੂੰ ਬੰਦ ਕਰਨਾ, ਟੇਬਲ, ਫਾਰਮ, ਕੁਐਰੀਜ਼ ਅਤੇ ਰਿਪੋਰਟਸ ਤਿਆਰ ਕੀਤੇ ਜਾ ਸਕਦੇ ਹਨ। ਹੁਣ ਅੱਗੇ ਅਸੀਂ ਰਿਲੇਸ਼ਨ ਡਾਟਾਬੇਸ ਦੇ ਬਾਰੇ ਜਾਣ ਲੈਂਦੇ ਹਾਂ। ਇੱਕ ਰਿਲੇਸ਼ਨਲ ਡਾਟਾਬੇਸ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਟੇਬਲ ਨੂੰ ਰੱਖਿਆ ਜਾਂਦਾ ਹੈ ਅਤੇ ਟੇਬਲ ਰੋ ਅਤੇ ਕਾਲਮ ਨੂੰ ਮਿਲਾ ਕੇ ਬਣਦੇ ਹਨ। ਇੱਕ ਰੋ ਨੂੰ ਰਿਕਾਰਡ ਜਾਂ ਟਪਲ ਕਿਹਾ ਜਾਂਦਾ ਹੈ। ਹੁਣ ਜਿਵੇਂ ਕਿ ਤੁਸੀਂ ਇਸ ਸਕਰੀਨ ਦੇ ਉੱਤੇ ਸੱਜੇ ਪਾਸੇ ਜਿੱਥੇ ਟੇਬਲ ਦੇਖ ਪਾ ਰਹੇ ਹੋ, ਇਸ ਟੇਬਲ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ID, ਨਾਂ, ਜਮਾਤ, ਵਿਸ਼ਾ, ਅੰਕ। ਉਸ ਤੋਂ ਬਾਅਦ ਸਾਡੇ ਕੋਲ ਜਿੱਦਾਂ ਅਸੀਂ ਦੇਖ ਰਹੇ ਹਾਂ 201 ਕੀ ਹੈ ID, ਨਾਂ ਕੀ ਹੈ ਲਵ ਕੁਮਾਰ, ਜਮਾਤ ਹੈ 9ਵੀਂ, ਵਿਸ਼ਾ ਹੈ ਕੰਪਿਊਟਰ ਸਾਇੰਸ, ਅੰਕ ਹੈ 70। ਤੇ ਇਸ ਵਿੱਚ ਜਿਹੜਾ 201 ਦੇ ਨਾਲ ਜਿੰਨੇ ਵੀ ਲਵ ਕੁਮਾਰ, 9ਵੀਂ, ਕੰਪਿਊਟਰ ਸਾਇੰਸ, 70 ਅੰਕ, ਇਹ ਸਾਰੇ ਕੀ ਹਨ, ਇਸ ਨੂੰ ਅਸੀਂ ਰੋ ਕਹਿੰਦੇ ਹਾਂ। ਜਿਵੇਂ ਕਿ ਦੇਖ ਰਹੇ 202 ਵਿੱਚ ਵਿਦਿਆਰਥੀ ਦਾ ਨਾਂ ਹੈ ਸੁਰਿੰਦਰ ਸਿੰਘ, ਜਮਾਤ ਹੈ 9ਵੀਂ, ਵਿਸ਼ਾ ਹੈ ਕੰਪਿਊਟਰ ਸਾਇੰਸ, ਅੰਕ ਹੈ 75। ਤੇ ਰੋ ਨੂੰ ਅਸੀਂ ਇੱਕ ਰਿਕਾਰਡ ਜਾਂ ਟੱਪਲ ਕਹਿੰਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਾਲਮ ਨੂੰ। ਕਾਲਮ ਨੂੰ ਅਸੀਂ ਫੀਲਡ ਜਾਂ ਐਟਰੀਬਿਊਟ ਕਹਿੰਦੇ ਹਾਂ, ਜਿਵੇਂ ਕਿ ID ਨੰਬਰ ਪਹਿਲੀ ਫੀਲਡ ਹੋ ਗਈ ਜਾਂ ਐਟਰੀਬਿਊਟ ਹੋ ਗਿਆ, ਨਾਂ ਦੂਸਰੀ ਫੀਲਡ ਹੈ, ਜਮਾਤ ਤੀਸਰੀ ਫੀਲਡ ਹੈ, ਵਿਸ਼ਾ ਚੌਥੀ ਫੀਲਡ ਹੈ ਅਤੇ ਅੰਕ ਪੰਜਵੀਂ ਫੀਲਡ ਹੈ। ਉਸ ਤੋਂ ਬਾਅਦ ਰਿਲੇਸ਼ਨਲ ਡਾਟਾਬੇਸ ਰਾਹੀਂ ਇੱਕ ਹੀ ਡਾਟਾਬੇਸ ਵਿੱਚ ਬਹੁਤ ਸਾਰੇ ਟੇਬਲ ਨੂੰ ਸਟੋਰ ਕੀਤਾ ਜਾ ਸਕਦਾ ਹੈ ਅਤੇ ਸਾਰੇ ਟੇਬਲਾਂ ਵਿਚਕਾਰ ਸੰਬੰਧ ਨੂੰ ਬਣਾਇਆ ਜਾ ਸਕਦਾ ਹੈ। ਉਸ ਤੋਂ ਇਲਾਵਾ ਅਸੀਂ ਜਿਹੜੇ ਰਿਲੇਸ਼ਨ ਡਾਟਾਬੇਸ ਹੈ ਇਸ ਨੂੰ ਬਣਾਉਣ ਲਈ ਸਾਡੇ ਕੋਲ ਕਈ ਤਰ੍ਹਾਂ ਦੇ ਸੌਫਟਵੇਅਰ ਆਉਂਦੇ ਹਨ, ਜਿਨ੍ਹਾਂ 'ਚ ਮੁੱਖ ਸੌਫਟਵੇਅਰ ਹੈ ਸਾਡੇ ਕੋਲ MS ਐਕਸੈਸ, MySQL, SQL ਸਰਵਰ, Oracle ਆਦਿ ਸਾਡੇ ਕੋਲ ਜਿਹੜੇ ਇਸ ਦੇ ਮੁੱਖ ਸੌਫਟਵੇਅਰ ਹਨ। ਅੱਗੇ ਹੁਣ ਅਸੀਂ ਐਕਸੈਸ ਦੇ ਕੁਝ ਤਕਨੀਕੀ ਸ਼ਬਦ ਪੜ੍ਹ ਲੈਂਦੇ ਹਾਂ। ਪਹਿਲਾਂ ਸਾਡੇ ਕੋਲ ਹੈ ਡਾਟਾਬੇਸ ਫਾਈਲ। ਡਾਟਾਬੇਸ ਦੀ ਮੁੱਖ ਫਾਈਲ ਹੁੰਦੀ ਹੈ ਜਿਸ ਵਿੱਚ ਸਾਰੇ ਦਸਤਾਵੇਜ਼ ਦਾ ਪੂਰਾ ਜਿਹੜਾ ਰਿਕਾਰਡ ਹੈ ਜਾਂ ਡਾਟਾ ਹੈ ਉਹ ਹੁੰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਹੈ ਟੇਬਲ ਡਾਟਾਬੇਸ ਦਾ ਇੱਕ ਮੁੱਖ ਅੰਗ ਹੁੰਦਾ ਹੈ ਜਿਸ ਵਿੱਚ ਵਰਤੋਂਕਾਰ ਵੱਲੋਂ ਦਾਖਲ ਕੀਤਾ ਹੋਇਆ ਡਾਟਾ ਹੁੰਦਾ ਹੈ। ਹਰ ਇੱਕ ਰਿਕਾਰਡ ਵਿੱਚ ਖਾਸ ਆਈਟਮ ਬਾਰੇ ਜਾਣਕਾਰੀ ਹੁੰਦੀ ਹੈ। ਟੇਬਲ ਵਿਚਲਾ ਰਿਕਾਰਡ ਵੱਖ-ਵੱਖ ਫੀਲਡ ਤੋਂ ਬਣਿਆ ਹੋਇਆ ਹੁੰਦਾ ਹੈ। ਹਰ ਇੱਕ ਫੀਲਡ ਵਿੱਚ ਆਈਟਮ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਅੱਗੇ ਸਾਡੇ ਕੋਲ ਹੈ ਫੀਲਡ ਦੇ ਬਾਰੇ ਅਸੀਂ ਹੁਣੇ ਅਸੀਂ ਪੜ੍ਹਿਆ ਸੀਗਾ ਵੀ ਕਾਲਮ ਨੂੰ ਅਸੀਂ ਫੀਲਡ ਕਹਿੰਦੇ ਹਾਂ। ਇੱਕ ਫੀਲਡ ਇੱਕੋ ਤਰ੍ਹਾਂ ਦੇ ਡਾਟਾ ਆਈਟਮ ਦਾ ਸੈੱਟ ਹੁੰਦਾ ਹੈ। ਅਸੀਂ ਇਸ ਨੂੰ ਸਮਝਣ ਲਈ ਜਿਵੇਂ ਕਿ ਅਸੀਂ ਹੁਣੇ ਇੱਕ ਟੇਬਲ ਦੇਖਿਆ ਸੀਗਾ, ਅਸੀਂ ਇੱਕ ਟੇਬਲ ਦੀ ਉਦਾਹਰਨ ਲੈ ਲੈਂਦੇ ਹਾਂ। ਜਿਵੇਂ ਕਿ ਤੁਸੀਂ ਟੇਬਲ ਦੇਖ ਪਾ ਰਹੇ ਹੋ, ਇਸ ਵਿੱਚ ਜਿਹੜੀਆਂ ਫੀਲਡ ਹੈ ID, ਨਾਂ, ਜਮਾਤ, ਵਿਸ਼ਾ, ਅੰਕ, ਇਹ ਸਾਰਿਆਂ ਨੂੰ ਅਸੀਂ ਫੀਲਡ ਕਹਿ ਸਕਦੇ ਹਾਂ। ਉਸ ਤੋਂ ਬਾਅਦ ਡਾਟਾ ਟਾਈਪ ਸਮਝਣ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਡਾਟਾਬੇਸ ਕੀ ਹੁੰਦਾ ਹੈ। ਇੱਕ ਡਾਟਾਬੇਸ ਵਿੱਚ ਇੱਕ ਤੋਂ ਜ਼ਿਆਦਾ ਟੇਬਲ ਹੁੰਦੇ ਹਨ, ਜਾਂ ਅਸੀਂ ਇੰਜ ਕਹਿ ਸਕਦੇ ਹਾਂ ਕਿ ਡਾਟਾਬੇਸ ਟੇਬਲ ਤੋਂ ਬਣਦਾ ਹੈ
ਤੇ ਜਿਹੜਾ ਟੇਬਲ ਹੈ, ਟੇਬਲ ਫੀਲਡ ਤੋਂ ਬਣਦਾ ਹੈ, ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਹੜਾ ਟੇਬਲ ਹੈ ਉਹ ਰੋ ਅਤੇ ਕਾਲਮ ਦਾ ਸੁਮੇਲ ਹੁੰਦਾ ਹੈ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਫੀਲਡ ਹੈ ਉਸ ਵਿੱਚ ਦਰਜ ਕੀਤੀਆਂ ਹੁੰਦੀਆਂ ਹਨ। ਤੇ ਜਿਹੜੀਆਂ ਫੀਲਡ ਹੈ, ਫੀਲਡ ਦੀ ਵੀ ਆਪਣੀ ਇੱਕ ਡਾਟਾ ਟਾਈਪ ਹੁੰਦੀ ਹੈ ਜੋ ਇਹ ਦੱਸਦੀ ਹੈ ਕਿ ਉਸ ਵਿੱਚ ਕਿਸ ਤਰ੍ਹਾਂ ਦਾ ਡਾਟਾ ਜਿਹੜਾ ਸਟੋਰ ਕੀਤਾ ਜਾਵੇਗਾ। ਅੱਗੇ ਹੁਣ ਅਸੀਂ ਪੜਾਂਗੇ MS ਐਕਸੈਸ ਦੇ ਕੰਪੋਨੈਂਟ। ਤਾਂ ਸਾਡੇ ਕੋਲ MS ਐਕਸੈਸ ਦੇ ਪਹਿਲਾ ਕੰਪੋਨੈਂਟ ਹੈ ਟੇਬਲ। MS ਐਕਸੈਸ ਵਿੱਚ ਟੇਬਲ ਦੀ ਵਰਤੋਂ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਤਾਂ ਟੇਬਲ ਜਿਹੜਾ ਹੈ, ਹਰ ਇੱਕ ਟੇਬਲ ਵਿੱਚ ਰੋ ਹੁੰਦੀਆਂ ਹਨ ਜਿਸ ਨੂੰ ਰਿਕਾਰਡ ਕਿਹਾ ਜਾਂਦਾ ਹੈ ਤੇ ਕਾਲਮ ਨੂੰ ਇਸ ਵਿੱਚ ਫੀਲਡ ਕਿਹਾ ਜਾਂਦਾ ਹੈ। ਇੱਕ ਰਿਕਾਰਡ ਕਿਸੇ ਅਦਾਰੇ ਜਾਂ ਕਿਸੇ ਵਿਅਕਤੀ ਦਾ ਸਮੂਹ ਦਰਸਾਉਂਦਾ ਹੈ। ਅਗਲਾ ਸਾਡੇ ਕੋਲ ਹੈ ਕੁਐਰੀ ਦੀ ਵਰਤੋਂ ਟੇਬਲ ਨੂੰ ਬਦਲਣ, ਡਿਲੀਟ ਕਰਨ, ਟੇਬਲ ਬਣਾਉਣ ਅਤੇ ਅਪਡੇਟ ਕਰਨ ਲਈ ਕੀਤੀ ਜਾਂਦੀ ਹੈ। ਅਗਲਾ ਸਾਡੇ ਕੋਲ ਹੈ ਫਾਰਮ ਸਾਨੂੰ ਡਾਟਾ ਦੇਖਣ ਲਈ ਇੱਕ ਮਹੱਤਵਪੂਰਨ ਵਾਤਾਵਰਣ ਮੁਹੱਈਆ ਕਰਾਉਂਦਾ ਹੈ ਜੋ ਕਿ ਇੱਕ ਰਿਕਾਰਡ ਇੱਕੋ ਸਮੇਂ ਦਿਖਾਉਂਦਾ ਹੈ। ਇਸ ਤੋਂ ਇਲਾਵਾ ਫਾਰਮ ਦੀ ਵਰਤੋਂ ਅਸੀਂ ਡਾਟਾ ਇਨਪੁੱਟ ਕਰਨ ਲਈ ਵੀ ਕਰਦੇ ਹਾਂ। ਫਾਰਮ ਵਿੱਚ ਅਸੀਂ ਡਾਟਾ ਨੂੰ ਬਦਲ ਵੀ ਸਕਦੇ ਹਾਂ ਅਤੇ ਅਪਡੇਟ ਵੀ ਕਰ ਸਕਦੇ ਹਾਂ ਤੇ ਡਿਲੀਟ ਵੀ ਕਰ ਸਕਦੇ ਹਾਂ। ਅਗਲਾ ਹੈ ਸਾਡੇ ਕੋਲ ਰਿਪੋਰਟ ਦਾ ਮਤਲਬ ਹੈ ਡਾਟਾ ਨੂੰ ਤਰਤੀਬਵਾਰ ਅਤੇ ਸੰਖੇਪ ਰੂਪ ਵਿੱਚ ਦਿਖਾਉਣਾ। ਅਗਲਾ ਸਾਡੇ ਕੋਲ ਹੈ ਮੈਕਰੋਜ਼ ਇੱਕ ਆਟੋਮੈਟਿਕ ਜਾਂ ਸਵੈ ਚਾਲਿਤ ਐਕਸ਼ਨ ਹੈ ਜੋ ਕਿ ਡਾਟਾ ਦੇ ਆਬਜੈਕਟ ਉੱਤੇ ਲਾਗੂ ਕਰਦਾ ਹੈ। ਇਹ ਵਰਤੋਂਕਾਰ ਨੂੰ ਆਪਣੇ ਆਪ ਕੰਮ ਨੂੰ ਆਟੋਮੈਟਿਕ ਤਰੀਕੇ ਦੇ ਨਾਲ ਕਰਨ ਦੀ ਆਗਿਆ ਦਿੰਦਾ ਹੈ। ਲਾਸਟ ਸਾਡੇ ਕੋਲ ਮੋਡਿਊਲ ਪ੍ਰੋਸੀਜਰ ਅਤੇ ਡੈਕਲੇਰੇਸ਼ਨ ਦਾ ਇਕੱਠ ਹੁੰਦਾ ਹੈ ਜਿਨ੍ਹਾਂ ਨੂੰ ਇੱਕ ਇਕਾਈ ਦੇ ਰੂਪ ਵਿੱਚ ਸਟੋਰ ਕੀਤਾ ਜਾਂਦਾ ਹੈ। ਹੁਣ ਅੱਗੇ ਅਸੀਂ ਪੜਾਂਗੇ ਡਾਟਾਬੇਸ ਆਬਜੈਕਟ। ਹਰੇਕ ਡਾਟਾਬੇਸ ਵਿੱਚ ਕਈ ਆਬਜੈਕਟ ਹੁੰਦੇ ਹਨ ਜਿਸ ਰਾਹੀਂ ਅਸੀਂ ਡਾਟਾਬੇਸ ਵਿੱਚ ਕੁਝ ਡਾਟਾ ਦਾਖਲ ਕਰ ਸਕਦੇ ਹਾਂ। ਐਕਸੈਸ ਵਿੱਚ ਸਾਡੇ ਕੋਲ ਆਮ ਤੌਰ ਤੇ 4 ਤਰ੍ਹਾਂ ਦੇ ਆਬਜੈਕਟ ਹੁੰਦੇ ਹਨ: ਟੇਬਲ, ਕੁਐਰੀ, ਫਾਰਮ ਅਤੇ ਰਿਪੋਰਟ। ਉਸ ਤੋਂ ਬਾਅਦ ਡਾਟਾਬੇਸ ਵਿੱਚ ਡਾਟਾ ਦਾਖਲ ਕਰਨ ਲਈ ਫਾਰਮ, ਡਾਟਾ ਸਰਚ ਕਰਨ ਲਈ ਕੁਐਰੀਜ਼, ਡਾਟੇ ਦਾ ਸੰਖੇਪ ਰੂਪ ਵੇਖਣ ਲਈ ਰਿਪੋਰਟ ਅਤੇ ਡਾਟੇ ਨੂੰ ਸਟੋਰ ਕਰਨ ਲਈ ਟੇਬਲ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਅਸੀਂ ਪੜਾਂਗੇ ਡਾਟਾ ਟਾਈਪਸ। ਡਾਟਾਬੇਸ ਵਿੱਚ ਡਾਟਾ ਟਾਈਪ ਫੀਲਡ ਦੀ ਖਾਸ ਸੈਟਿੰਗ ਨੂੰ ਕਹਿੰਦੇ ਹਨ ਜੋ ਕਿ ਇੱਕ ਨੰਬਰ, ਟੈਕਸਟ, ਕਰੰਸੀ, ਡੇਟ, ਟਾਈਮ ਜਾਂ ਉਸ ਤੋਂ ਇਲਾਵਾ ਯੈਸ ਔਰ ਨੋ ਆਦਿ ਜਿਹੜੀਆਂ ਹੋ ਸਕਦੀਆਂ ਹਨ। ਡਾਟਾ ਟਾਈਪ ਇੱਕ ਫੀਲਡ ਵਿੱਚ ਦਿੱਤੀ ਜਾਣਕਾਰੀ ਅਤੇ ਸੀਮਾ ਬਾਰੇ ਦੱਸਦੀ ਹੈ ਅਤੇ ਇਹ ਵੀ ਪਤਾ ਲਗਾਉਂਦੀ ਹੈ ਕਿ ਕਿਸ ਤਰ੍ਹਾਂ ਦਾ ਡਾਟੇ ਨਾਲ ਅਸੀਂ ਕੰਮ ਕਰਨਾ ਹੈ ਅਤੇ ਕੰਪਿਊਟਰ ਦੀ ਯਾਦਾਸ਼ਤ ਵਿੱਚ ਜਾਂ ਮੈਮਰੀ ਵਿੱਚ ਕਿੰਨੀ ਥਾਂ ਘੇਰੇਗਾ। ਐਕਸੈਸ ਵਿੱਚ ਡਾਟਾ ਟਾਈਪ ਟੇਬਲ ਬਣਾਉਣ ਤੋਂ ਪਹਿਲਾਂ ਨਿਰਧਾਰਿਤ ਕੀਤੀ ਜਾਂਦੀ ਹੈ। ਹੁਣ ਅੱਗੇ ਅਸੀਂ ਡਾਟਾ ਟਾਈਪ ਦੀਆਂ ਕਿਸਮਾਂ ਪੜ੍ਹ ਲੈਂਦੇ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਟੇਬਲ ਵਿੱਚ ਡਾਟਾ ਟਾਈਪ, ਉਸ ਦਾ ਸਾਈਜ਼, ਸਟੋਰੇਜ ਸਮਰੱਥਾ ਅਤੇ ਉਸ ਡਾਟਾ ਟਾਈਪ ਦਾ ਕੀ ਕੰਮ ਹੁੰਦਾ ਹੈ। ਤੇ ਇਸ ਵਿੱਚ ਸਾਡੇ ਕੋਲ ਪਹਿਲੀ ਡਾਟਾ ਟਾਈਪ ਹੈ ਟੈਕਸਟ ਡਾਟਾ ਟਾਈਪ ਹੈ। ਇਸ ਦਾ ਜਿਹੜਾ ਸਾਈਜ਼ ਹੁੰਦਾ ਹੈ ਉਹ 0 ਤੋਂ 255 ਕਰੈਕਟਰ ਤੱਕ ਹੁੰਦਾ ਹੈ ਤੇ ਇਸ ਵਿੱਚ ਅਸੀਂ ਟੈਕਸਟ ਅਤੇ ਨੰਬਰ ਦੋਵੇਂ ਸਟੋਰ ਕਰਵਾ ਸਕਦੇ ਹਾਂ। ਜਿਵੇਂ ਕਿ ਅਸੀਂ ਲਾਸਟ ਵਿੱਚ ਦਾ ਕੰਮ ਦੇਖ ਰਹੇ ਹਾਂ, ਟੈਕਸਟ ਵਿੱਚ ਅੱਖਰ, ਨੰਬਰ ਜਾਂ ਦੋਵੇਂ ਸ਼ਾਮਲ ਹੋ ਸਕਦੇ ਹਨ। ਅਗਲਾ ਸਾਡੇ ਕੋਲ ਹੈ ਨੰਬਰ ਦੇ ਵੀ ਸਾਡੇ ਕੋਲ ਵੱਖ-ਵੱਖ ਸਾਈਜ਼ ਹੈ: 1 ਬਾਈਟ, 2 ਬਾਈਟ, 4 ਬਾਈਟ ਅਤੇ 8 ਬਾਈਟ। ਇਸ ਦੀ ਸਟੋਰੇਜ ਸਮਰੱਥਾ ਹੈ ਨੰਬਰ ਡਾਟਾ ਟਾਈਪ ਸਿਰਫ ਅਸੀਂ ਨੰਬਰ ਹੀ ਸਟੋਰ ਕਰਵਾ ਸਕਦੇ ਹਾਂ। ਟੈਕਸਟ ਜਾਂ ਵਿਸ਼ੇਸ਼ਣ ਨੂੰ ਅਸੀਂ ਨੰਬਰ ਡਾਟਾ ਟਾਈਪ 'ਚ ਸਟੋਰ ਨਹੀਂ ਕਰਵਾ ਸਕਦੇ। ਅਗਲੀ ਸਾਡੇ ਕੋਲ ਡੇਟ ਅਤੇ ਟਾਈਮ। ਇਸ ਦਾ ਸਾਈਜ਼ ਸਾਡੇ ਕੋਲ 8 ਬਾਈਟ ਹੁੰਦਾ ਹੈ। ਡੇਟ ਅਤੇ ਟਾਈਮ ਦੋਵੇਂ ਜਿਹੜੇ ਹੈ ਉਹ ਇਸ ਡਾਟਾ ਟਾਈਪ ਵਿੱਚ ਸਟੋਰ ਕਰਵਾ ਸਕਦੇ ਹਾਂ। ਅਗਲੀ ਸਾਡੇ ਕੋਲ ਡਾਟਾ ਟਾਈਪ ਹੈ ਹਾਂ ਜਾਂ ਨਹੀਂ। ਇਸ ਦਾ ਸਾਈਜ਼ ਹੁੰਦਾ 1 ਬਿਟ। ਇਸ ਦੀ ਸਟੋਰੇਜ ਸਮਰੱਥਾ, ਇਸ ਵਿੱਚ ਅਸੀਂ ਕਿਹੜੀ ਵੈਲਿਊ ਸਟੋਰ ਕਰਾ ਸਕਦੇ ਹਾਂ: ਯੈਸ ਜਾਂ ਨੋ, ਹਾਂ ਜਾਂ ਨਹੀਂ, ਸਹੀ ਜਾਂ ਗਲਤ, ਔਨ ਜਾਂ ਆਫ। ਇਹ 3 ਤਰ੍ਹਾਂ ਦੀ ਜਿਹੜੀ ਹੈ ਵੈਲਿਊਜ਼ ਹੈ ਉਸ ਨੂੰ ਅਸੀਂ ਇਸ ਡਾਟਾ ਟਾਈਪ ਰਾਹੀਂ ਸਟੋਰ ਕਰਵਾ ਸਕਦੇ ਹਾਂ। ਕਰੰਸੀ ਡਾਟਾ ਟਾਈਪ ਦੀ ਜਿਹੜੀ ਸਾਈਜ਼ ਹੈ ਉਹ 8 ਬਾਈਟ ਹੁੰਦਾ ਹੈ ਤੇ ਇਸ ਦੀ ਜਿਹੜੀ ਸਟੋਰੇਜ ਸਮਰੱਥਾ ਹੈ ਉਹ ਹੁੰਦੀ ਹੈ ਸਾਡੇ ਕੋਲ 15 ਨੰਬਰ ਫਿਗਰ ਤੱਕ।
ਇਸ ਵਿੱਚ ਅਸੀਂ ਹਿਸਾਬ ਜਾਂ ਵਿਗਿਆਨ ਦੇ ਫੰਕਸ਼ਨ ਦੇ ਲਈ ਇਸ ਦੀ ਵਰਤੋਂ ਕਰਦੇ ਹਾਂ। ਅਗਲਾ ਸਾਡੇ ਕੋਲ ਹੈ ਆਟੋ ਨੰਬਰ। ਆਟੋ ਨੰਬਰ ਜਿਹੜਾ ਸਾਈਜ਼ ਹੈ ਉਹ 4 ਬਾਈਟ ਹੁੰਦਾ ਹੈ ਤੇ ਹਰੇਕ ਰਿਕਾਰਡ ਨੂੰ ਇਹ ਆਪਣੇ ਆਪ ਕੀ ਕਰਦਾ ਰਹਿੰਦਾ ਹੈ, ਵਧਾਉਂਦਾ ਰਹਿੰਦਾ ਹੈ। ਉਸ ਤੋਂ ਬਾਅਦ ਅਗਲਾ ਸਾਡੇ ਕੋਲ ਡਾਟਾ ਟਾਈਪ ਹੈ ਮੀਮੋ। ਮੀਮੋ ਦਾ ਜਿਹੜਾ ਸਾਈਜ਼ ਹੈ ਉਹ 65535 ਅੱਖਰਾਂ ਤੱਕ ਦਾ ਹੁੰਦਾ ਹੈ। ਇਸ ਵਿੱਚ ਅਸੀਂ ਟੈਕਸਟ ਦਾ ਕੋਈ ਵੱਡਾ ਜਿਹੜਾ ਹਿੱਸਾ ਹੈ ਉਹ ਉਸ ਨੂੰ ਇਸ ਵਿੱਚ ਦਾਖਲ ਕਰਵਾ ਸਕਦੇ ਹਾਂ। ਉਸ ਦੇ ਲਈ ਅਸੀਂ ਮੀਮੋ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ। ਅਗਲਾ ਸਾਡੇ ਕੋਲ ਹੈ OLE ਆਬਜੈਕਟ। ਇਸ ਦਾ ਜਿਹੜਾ ਸਾਈਜ਼ ਹੈ ਉਹ 2 GB ਤੱਕ ਹੁੰਦਾ ਹੈ ਤੇ OLE ਆਬਜੈਕਟ ਦੇ ਡਾਟਾ ਟਾਈਪ ਦੇ ਵਿੱਚ ਅਸੀਂ ਪਿਕਚਰ, ਸਾਊਂਡ, ਵੀਡੀਓ, ਵਰਡ, ਐਕਸਲ, ਦਸਤਾਵੇਜ਼ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਜਿਹੜੇ ਦਸਤਾਵੇਜ਼ ਹੈ ਉਸ ਨੂੰ ਸਟੋਰ ਕਰਵਾ ਸਕਦੇ ਹਾਂ। ਅਗਲਾ ਸਾਡੇ ਕੋਲ ਹੈ ਹਾਈਪਰਲਿੰਕ। ਹਾਈਪਰਲਿੰਕ ਦਾ ਜਿਹੜਾ ਸਾਈਜ਼ ਹੈ ਉਹ 2048 ਅੱਖਰਾਂ ਤੱਕ ਹੁੰਦਾ ਹੈ। ਇਸ ਵਿੱਚ ਅਸੀਂ ਟੈਕਸਟ, ਨੰਬਰ ਜਾਂ ਦੋਵੇਂ ਜਿਹੜੇ ਅੱਖਰ ਹੈ ਉਹਨੂੰ ਸਟੋਰ ਕਰਵਾ ਸਕਦੇ ਹਾਂ। ਇਸ ਵਿੱਚ ਅਸੀਂ ਕਿਸੇ ਵੀ ਵੈਬਸਾਈਟ ਦਾ ਐਡਰੈਸ ਜਾਂ ਈਮੇਲ ਦਾ ਲਿੰਕ ਹੈ ਉਸ ਨੂੰ ਅਸੀਂ ਇਸ ਵਿੱਚ ਇਸ ਦਾ ਡਾਟਾ ਟਾਈਪ ਰਾਹੀਂ ਸਟੋਰ ਕਰਵਾਉਂਦੇ ਹਾਂ। ਅਗਲੀ ਸਾਡੇ ਕੋਲ ਹੈ ਗਣਨਾਵਾਂ। ਗਣਨਾਵਾਂ ਜਿਹੜੀ ਡਾਟਾ ਟਾਈਪ ਹੈ ਇਹ ਡਾਟਾ ਟਾਈਪ ਇੱਕ ਟੇਬਲ ਵਿੱਚ ਕਿਸੇ ਹੋਰ ਫੀਲਡ ਉੱਤੇ ਆਧਾਰਿਤ ਗਣਨਾਵਾਂ ਅਨੁਸਾਰ ਇੱਕ ਨਵਾਂ ਫੋਲਡਰ ਬਣਾਉਣ ਦੀ ਆਗਿਆ ਦਿੰਦੀ ਹੈ। ਲਾਸਟ ਸਾਡੇ ਕੋਲ ਅਟੈਚਮੈਂਟ। ਅਟੈਚਮੈਂਟ ਦਾ ਸਾਈਜ਼ ਹੈ ਇਹਦਾ ਵੀ 2 GB ਤੱਕ ਹੁੰਦਾ ਹੈ। ਇਸ ਵਿੱਚ ਅਸੀਂ ਕਿਸੇ ਡਿਜੀਟਲ ਫੋਟੋ ਜਾਂ ਇੱਕ ਤੋਂ ਜ਼ਿਆਦਾ ਜਿਹੜੀਆਂ ਫਾਈਲਾਂ ਹੈ ਉਸ ਨੂੰ ਅਸੀਂ ਸਟੋਰ ਕਰਵਾ ਸਕਦੇ ਹਾਂ। ਹੁਣ ਅੱਗੇ ਸਾਡੇ ਕੋਲ MS ਐਕਸੈਸ ਦੀਆਂ ਵਿਸ਼ੇਸ਼ਤਾਵਾਂ। ਇਸ ਵਿੱਚ ਸਾਡੇ ਕੋਲ ਪਹਿਲੀ ਇਸ ਦੀ ਵਿਸ਼ੇਸ਼ਤਾ ਹੈ ਆਸਾਨ ਇੰਸਟਾਲੇਸ਼ਨ ਅਤੇ ਕੰਮ ਕਰਨਾ। ਐਕਸੈਸ ਡਾਟਾ ਮੈਨੇਜਰ ਨੂੰ ਇੱਕ ਰਿਲੇਸ਼ਨਲ ਡਾਟਾਬੇਸ ਮੁਹੱਈਆ ਕਰਾਉਂਦਾ ਹੈ। ਹੋਰ ਮਾਈਕਰੋਸਾਫਟ ਐਪਲੀਕੇਸ਼ਨ ਦੀ ਤਰ੍ਹਾਂ ਐਕਸੈਸ ਵਿੱਚ ਵੀ ਵਿਜ਼ਾਰਡ ਹੁੰਦੇ ਹਨ ਜੋ ਸਾਨੂੰ ਪੂਰੇ ਪ੍ਰੋਗਰਾਮ ਵਿੱਚ ਮਦਦ ਕਰਦੇ ਰਹਿੰਦੇ ਹਨ। ਦੂਸਰਾ ਸਾਡੇ ਕੋਲ ਆਸਾਨੀ ਨਾਲ ਹਿੱਸਾ ਲੈਣਾ। ਐਕਸੈਸ ਕਈ ਹੋਰ ਜਿਹੜੇ ਡਿਵੈਲਪਮੈਂਟ ਪ੍ਰੋਗਰਾਮ ਹੈ ਉਹ ਸਾਰਿਆਂ ਨਾਲ ਵਧੀਆ ਕੰਮ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਵੇਂ ਕਿ ਹੋਰ ਵੀ ਪ੍ਰੋਡਕਟ ਹੈ ਓਰੈਕਲ, ਸਾਈਬੇਸ, ਇਹ ਸਾਰਿਆਂ ਨਾਲ ਐਕਸੈਸ ਕੀ ਕਰਦਾ ਹੈ ਉਹ ਸਾਰਿਆਂ ਨੂੰ ਸਪੋਰਟ ਮੁਹੱਈਆ ਕਰਾਉਂਦਾ ਹੈ। ਅਗਲਾ ਹੈ ਪ੍ਰਸਿੱਧ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਮਾਈਕਰੋਸਾਫਟ ਐਕਸੈਸ ਸੰਸਾਰ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਰਿਲੇਸ਼ਨ ਡਾਟਾਬੇਸ ਸਿਸਟਮ ਹੈ। ਐਕਸੈਸ ਵਿੱਚ ਡਾਟਾ ਨੂੰ ਕਈ ਤਰੀਕਿਆਂ ਦੇ ਨਾਲ ਵੇਖਿਆ ਅਤੇ ਸੋਰਟ ਕੀਤਾ ਜਾ ਸਕਦਾ ਹੈ। ਪੈਸੇ ਦੀ ਬਚਤ। ਮਾਈਕਰੋਸਾਫਟ ਐਕਸੈਸ ਬਹੁਤ ਸਸਤਾ ਸੌਫਟਵੇਅਰ ਹੈ ਬਾਕੀ ਦੂਜੇ ਵੱਡੇ ਸਿਸਟਮਾਂ ਤੋਂ ਜੋ ਕਿ ਬਿਲਕੁਲ ਇਸੇ ਤਰ੍ਹਾਂ ਦੇ ਫੰਕਸ਼ਨ ਅਤੇ ਵਰਤੋਂ ਕਰਨ ਦੀ ਆਗਿਆ ਦਿੰਦੇ ਹਨ। ਅਗਲਾ ਸਾਡੇ ਕੋਲ ਹੈ ਸੁਵਿਧਾਜਨਕ ਸਟੋਰੇਜ ਸਮਰੱਥਾ। ਮਾਈਕਰੋਸਾਫਟ ਐਕਸੈਸ ਡਾਟਾਬੇਸ 2 GB ਤੱਕ ਦੀ ਸਟੋਰੇਜ ਸਮਰੱਥਾ ਮੁਹੱਈਆ ਕਰਾਉਂਦਾ ਹੈ ਜੋ ਕਿ ਬਾਕੀ ਵੱਡੇ ਸਟੋਰੇਜ ਸਮਰੱਥਾ ਵਾਲੇ ਡਾਟਾਬੇਸ ਸੌਫਟਵੇਅਰ ਨਾਲੋਂ ਜ਼ਿਆਦਾ ਸੁਵਿਧਾਜਨਕ ਹੈ। ਮਲਟੀ ਯੂਜ਼ਰ ਸਪੋਰਟ। ਐਕਸੈਸ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋਏ 10 ਤੋਂ ਵੱਧ ਵਰਤੋਂਕਾਰ ਨੈਟਵਰਕ ਉੱਤੇ ਇੱਕੋ ਸਮੇਂ ਉੱਤੇ ਇਸ ਦੀ ਵਰਤੋਂ ਕਰ ਸਕਦੇ ਹਨ। ਅਗਲਾ ਹੈ ਡਾਟਾ ਇੰਪੋਰਟ ਕਰਨਾ। ਮਾਈਕਰੋਸਾਫਟ ਐਕਸੈਸ ਆਪਣੇ ਵਰਤੋਂਕਾਰ ਨੂੰ ਆਪਣੇ ਖਾਸ ਡਾਟੇ ਨੂੰ ਇੰਪੋਰਟ ਕਰਨ ਦੀ ਆਗਿਆ ਵੀ ਮੁਹੱਈਆ ਕਰਵਾਉਂਦੇ ਹਨ। ਲਾਸਟ ਹੈ ਸਾਡੇ ਕੋਲ ਸੁਰੱਖਿਅਤ ਡਾਟਾਬੇਸ। MS ਐਕਸੈਸ ਇੱਕ ਸੁਰੱਖਿਅਤ ਡਾਟਾਬੇਸ ਸਿਸਟਮ ਹੈ। ਤੁਸੀਂ ਜੋ ਵੀ ਸੂਚਨਾ ਸਟੋਰ ਕਰਦੇ ਹੋ ਉਹ ਇਸ ਵਿੱਚ ਸੁਰੱਖਿਅਤ ਰਹਿੰਦੀ ਹੈ। ਇਹ ਡਾਟਾ ਦੀ ਡੁਪਲੀਕੇਸੀ ਨੂੰ ਘਟਾਉਂਦਾ ਹੈ ਅਤੇ ਐਕੂਰੇਸੀ ਅਤੇ ਡਾਟਾ ਦੀ ਇਕਸਾਰਤਾ ਨੂੰ ਵਧਾਉਂਦਾ ਹੈ। ਅੱਗੇ ਹੁਣ ਅਸੀਂ ਸਿੱਖਾਂਗੇ ਵੀ MS ਐਕਸੈਸ ਨੂੰ ਸਾਡੇ ਕੋਲ ਸ਼ੁਰੂ ਕਰਨ ਦੇ ਕਿਹੜੇ ਤਰੀਕੇ ਨੇ। ਤੇ MS ਐਕਸੈਸ ਨੂੰ ਸਾਡੇ ਕੋਲ ਸ਼ੁਰੂ ਕਰਨ ਦਾ ਪਹਿਲਾ ਤਰੀਕਾ ਹੈ ਟਾਸਕ ਬਾਰ ਦੇ ਸਰਚ ਬਟਨ ਦੀ ਵਰਤੋਂ ਨਾਲ। ਦੂਸਰਾ ਹੈ ਰਨ ਕਮਾਂਡ ਦੀ ਵਰਤੋਂ ਨਾਲ। ਹੁਣ ਅਸੀਂ ਇਸ ਨੂੰ ਪ੍ਰੈਕਟੀਕਲੀ MS ਐਕਸੈਸ ਨੂੰ ਖੋਲ ਕੇ ਵੇਖ ਲੈਂਦੇ ਹਾਂ। ਸੋ ਬੱਚੇ ਹੁਣ ਅਸੀਂ MS ਐਕਸੈਸ ਸੌਫਟਵੇਅਰ ਨੂੰ ਓਪਨ ਕਰਨ ਦੀ ਜਿਹੜੀ ਹੈ ਤਰੀਕਾ ਉਹ ਸਿੱਖ ਲੈਂਦੇ ਹਾਂ। ਜਿਵੇਂ ਤੁਸੀਂ ਦੇਖ ਪਾ ਰਹੇ ਹੋ ਹੇਠਾਂ ਇੱਕ ਟਾਸਕ ਬਾਰ ਤੇ ਇੱਕ ਸਰਚ ਬਟਨ ਦਿੱਤਾ ਗਿਆ ਹੈ। ਇੱਥੇ ਅਸੀਂ ਮਾਊਸ ਨਾਲ ਕਲਿੱਕ ਕਰਕੇ ਇੱਥੇ ਅਸੀਂ ਟਾਈਪ ਕਰਾਂਗੇ ਐਕਸੈਸ। ਜਿਵੇਂ ਤੁਸੀਂ ਦੇਖ ਪਾ ਰਹੇ ਹੋ ਇਸ ਲਿਸਟ ਵਿੱਚ ਟੌਪ ਤੇ ਮਾਈਕਰੋਸਾਫਟ ਆਫਿਸ ਐਕਸੈਸ 2007 ਲਿਖਿਆ ਹੋਇਆ ਆ ਰਿਹਾ ਹੈ। ਅਸੀਂ ਜਿਵੇਂ ਹੀ ਇਸ ਉੱਪਰ ਕਲਿੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਮਾਈਕਰੋਸਾਫਟ ਐਕਸੈਸ ਜਿਹੜੀ ਐਪਲੀਕੇਸ਼ਨ ਉਹ ਇਸ ਤਰ੍ਹਾਂ ਨਾਲ ਓਪਨ ਹੋ ਜਾਵੇਗੀ। ਹੁਣ ਅਸੀਂ ਇਸ ਨੂੰ ਬੰਦ ਕਰ ਦਿੰਦੇ ਹਾਂ। ਹੁਣ ਇਸ ਦਾ ਅਸੀਂ ਦੂਸਰਾ ਤਰੀਕਾ ਸਿੱਖ ਲੈਂਦੇ ਹਾਂ। ਦੂਸਰਾ ਤਰੀਕਾ ਹੈ ਇਸ ਦਾ ਕੀਬੋਰਡ ਤੋਂ ਵਿੰਡੋ ਕੀ ਦੇ ਨਾਲ ਤੁਸੀਂ R ਕੀ ਪ੍ਰੈਸ ਕਰੋਗੇ
ਤਾਂ ਇੱਕ ਰਨ ਦਾ ਡਾਇਲੌਗ ਬਾਕਸ ਕੁਝ ਇਸ ਤਰ੍ਹਾਂ ਨਾਲ ਓਪਨ ਹੋ ਜਾਵੇਗਾ। ਇਸ ਵਿੱਚ ਤੁਸੀਂ ਟਾਈਪ ਕਰਨਾ ਹੈ MS ਐਕਸੈਸ। MS ਐਕਸੈਸ ਟਾਈਪ ਕਰਨ ਤੋਂ ਬਾਅਦ ਓਕੇ ਬਟਨ ਤੇ ਕਲਿੱਕ ਕਰੋਗੇ ਤਾਂ ਵੀ ਜਿਹੜਾ ਤੁਹਾਡਾ ਮਾਈਕਰੋਸਾਫਟ ਐਕਸੈਸ ਜਿਹੜੀ ਐਪਲੀਕੇਸ਼ਨ ਹੈ ਉਹ ਓਪਨ ਹੋ ਜਾਵੇਗੀ। ਹੁਣ ਜਿਵੇਂ ਕਿ ਦੇਖ ਪਾ ਰਹੇ ਹੋ ਇਸ ਐਪਲੀਕੇਸ਼ਨ ਵਿੱਚ ਸਭ ਤੋਂ ਪਹਿਲਾਂ ਲਿਖਿਆ ਹੋਇਆ ਨਿਊ ਬਲੈਂਕ ਡਾਟਾਬੇਸ। ਤਾਂ ਅਸੀਂ ਹੁਣ ਸਭ ਤੋਂ ਪਹਿਲਾਂ ਅਸੀਂ ਇੱਕ ਡਾਟਾਬੇਸ ਕ੍ਰੀਏਟ ਕਰਾਂਗੇ। ਡਾਟਾਬੇਸ ਬਲੈਂਕ ਤੇ ਕਲਿੱਕ ਕਰਨ ਤੋਂ ਬਾਅਦ ਇਹਦੇ ਸੱਜੇ ਪਾਸੇ ਤੁਸੀਂ ਦੇਖ ਪਾ ਰਹੇ ਹੋ ਬਲੈਂਕ ਡਾਟਾਬੇਸ ਵਿੱਚ ਉਹ ਫਾਈਲ ਦਾ ਨਾਮ ਮੰਗ ਰਿਹਾ ਹੈ। ਤਾਂ ਆਪਣੀ ਡਾਟਾਬੇਸ ਫਾਈਲ ਦਾ ਜੋ ਵੀ ਤੁਸੀਂ ਨਾਮ ਰੱਖਣਾ ਚਾਹੁੰਦੇ ਹੋ ਉਹ ਤੁਸੀਂ ਇਸ ਫਾਈਲ ਨੇਮ ਤੇ ਦੇ ਸਕਦੇ ਹੋ। ਜਿਵੇਂ ਮੈਂ ਦੇ ਦਿੰਦਾ ਸਟੂਡੈਂਟ ਡਾਟਾ ਲਿਖਣ ਤੋਂ ਬਾਅਦ ਥੱਲੇ ਬਟਨ ਹੈਗਾ ਕ੍ਰੀਏਟ ਦਾ। ਕ੍ਰੀਏਟ ਤੇ ਕਲਿੱਕ ਕਰਨ ਦੇ ਨਾਲ ਹੀ ਸਾਡਾ ਜਿਹੜਾ ਡਾਟਾਬੇਸ ਹੈ ਉਹ ਬਣ ਜਾਵੇਗਾ। ਕ੍ਰੀਏਟ ਤੇ ਕਲਿੱਕ ਕਰਦੇ ਹਾਂ। ਤੁਸੀਂ ਦੇਖ ਪਾ ਰਹੇ ਹੋ ਇਸ ਵਿੱਚ ਸਾਡਾ ਜਿਹੜਾ ਉੱਪਰ ਫਾਈਲ ਦੇ ਉੱਪਰ ਟਾਈਟਲ ਬਾਅਦ ਲਿਖਿਆ ਆ ਰਿਹਾ ਸਟੂਡੈਂਟ ਡਾਟਾ। ਸਾਡੇ ਕੋਲ ਡਾਟਾਬੇਸ ਹੈ ਤੇ ਸਾਡੇ ਕੋਲ ਐਪਲੀਕੇਸ਼ਨ ਹੈ ਐਕਸੈਸ 2007। ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚ ਇੱਕ ਆਟੋਮੈਟਿਕ ਜਿਹੜਾ ਟੇਬਲ ਹੈ ਉਹ ਕ੍ਰੀਏਟ ਹੋ ਗਿਆ ਹੈ। ਤਾਂ ਟੇਬਲ ਕ੍ਰੀਏਟ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਟੇਬਲ ਕੀ ਹੁੰਦਾ ਹੈ ਉਸ ਬਾਰੇ ਅਸੀਂ ਪੜ੍ਹ ਲੈਂਦੇ ਹਾਂ। ਟੇਬਲ ਇੱਕ ਡਾਟਾਬੇਸ ਆਬਜੈਕਟ ਹੈ ਜਿਸ ਦੀ ਵਰਤੋਂ ਡਾਟਾ ਨੂੰ ਸਟੋਰ ਕਰਨ, ਵੇਖਣ ਅਤੇ ਡਾਟੇ ਵਿੱਚ ਕੁਝ ਬਦਲਾਵ ਕਰਨ ਲਈ ਕੀਤੀ ਜਾਂਦੀ ਹੈ। ਟੇਬਲ ਦੇ ਇੱਕ ਰਿਕਾਰਡ ਵਿੱਚ ਇੱਕ ਜਾਂ ਇੱਕ ਤੋਂ ਵੱਧ ਫੀਲਡ ਹੋ ਸਕਦੇ ਹਨ। ਹਰੇਕ ਫੀਲਡ ਵਿੱਚ ਟੇਬਲ ਦੇ ਇੱਕ ਖਾਸ ਵਿਸ਼ੇ ਬਾਰੇ ਡਾਟਾ ਸਟੋਰ ਹੁੰਦਾ ਹੈ। ਸੋ ਬੱਚਿਓ ਟੇਬਲ ਬਾਰੇ ਜਾਣਨ ਤੋਂ ਬਾਅਦ ਹੁਣ ਅਸੀਂ ਟੇਬਲ ਬਣਾਉਣ ਦੇ ਜਿਹੜੇ ਵੱਖ-ਵੱਖ ਢੰਗ ਆ ਉਹਨਾਂ ਬਾਰੇ ਜਾਣਾਂਗੇ। ਟੇਬਲ ਨੂੰ ਬਣਾਉਣ ਦੇ ਲਈ ਸਾਡੇ ਕੋਲ ਦੋ ਢੰਗ ਹੈ। ਪਹਿਲਾ ਸਾਡੇ ਕੋਲ ਹੈ ਡਾਟਾ ਸ਼ੀਟ ਵਿਊ ਰਾਹੀਂ, ਦੂਸਰਾ ਸਾਡੇ ਕੋਲ ਹੈ ਟੇਬਲ ਡਿਜ਼ਾਈਨ ਵਿਊ ਰਾਹੀਂ। ਤਾਂ ਪਹਿਲਾਂ ਅਸੀਂ ਡਾਟਾ ਸ਼ੀਟ ਵਿਊ ਰਾਹੀਂ ਟੇਬਲ ਬਣਾਉਣ ਬਾਰੇ ਸਿੱਖਾਂਗੇ। ਉਸ ਦੇ ਲਈ ਤੁਸੀਂ ਹੋਮ ਦੇ ਨਾਲ ਕ੍ਰੀਏਟ ਟੈਬ ਤੇ ਜਾਓਗੇ। ਕ੍ਰੀਏਟ ਟੈਬ ਦੇ ਵਿੱਚ ਪਹਿਲਾਂ ਸਾਡੇ ਕੋਲ ਹੈ ਟੇਬਲ ਤੇ ਕਲਿੱਕ ਕਰੋਗੇ ਤੇ ਤੁਸੀਂ ਦੇਖ ਪਾ ਰਹੇ ਹੋ ਇੱਥੇ ਇੱਕ ਟੇਬਲ ਜਿਹੜਾ ਇਨਸਰਟ ਹੋ ਚੁੱਕਿਆ ਹੈ। ਤੇ ਟੇਬਲ ਵਿੱਚ ਜਿਹੜਾ ਪਹਿਲੀ ਫੀਲਡ ਹੈ ਆਈਡੀ, ਇਹ ਪਹਿਲਾਂ ਤੋਂ ਰਿਜ਼ਰਵ ਹੈ। ਇਹ ਹਰੇਕ ਵਾਰ ਜਦੋਂ ਵੀ ਤੁਸੀਂ ਟੇਬਲ ਕ੍ਰੀਏਟ ਕਰੋਗੇ ਤਾਂ ਆਈਡੀ ਨੰਬਰ ਜਿਹੜਾ ਹੈ ਉਹ ਇਸ ਰਿਕਾਰਡ ਨੂੰ ਵਿਲੱਖਣ ਰੱਖਣ ਦੇ ਲਈ ਪਹਿਲਾਂ ਤੋਂ ਹੀ ਇਸ ਵਿੱਚ ਸ਼ਾਮਲ ਹੋ ਜਾਵੇਗਾ। ਇਸ ਵਿੱਚ ਸਾਨੂੰ ਅਗਲਾ ਜਿਹੜਾ ਕਾਲਮ ਹੈ ਉਹ ਸਾਨੂੰ ਨਜ਼ਰ ਆ ਰਿਹਾ ਐਡ ਨਿਊ ਫੀਲਡ। ਤਾਂ ਜੋ ਵੀ ਤੁਸੀਂ ਕਾਲਮ ਦਾ ਨਾਮ ਰੱਖਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਸੀਂ ਡਾਟਾਬੇਸ ਜਾਂ ਟੇਬਲ ਬਣਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਟੇਬਲ ਵਿੱਚ ਕਿਹੜੇ ਕਾਲਮ ਜਾਂ ਡਾਟਾ ਫੀਲਡ ਰੱਖਣਾ ਚਾਹੋਗੇ। ਤਾਂ ਉਸ ਦੇ ਮੁਤਾਬਿਕ ਹੀ ਤੁਸੀਂ ਆਪਣੇ ਜਿਹੜੇ ਕਾਲਮ ਦੇ ਜਿਹੜੇ ਹੈਡਿੰਗ ਹੈ ਉਹਨਾਂ ਦਾ ਨਾਮ ਤੈਅ ਕਰ ਸਕਦੇ ਹੋ। ਤਾਂ ਜਿਵੇਂ ਕਿ ਪਹਿਲਾਂ ਮੈਂ ਆਪਣਾ ਕਾਲਮ ਦੇ ਹੈਡਿੰਗ 'ਤੇ ਕਲਿੱਕ ਕਰਾਂਗਾ, ਡਬਲ ਕਲਿੱਕ ਕਰਾਂਗਾ ਤੇ ਇੱਥੇ ਹੁਣ ਅਸੀਂ ਆਪਣੇ ਕਾਲਮ ਦਾ ਨਾਮ ਰੱਖਾਂਗੇ। ਇਹਦਾ ਪਹਿਲਾਂ ਮੈਂ ਨਾਮ ਰੱਖ ਦਿੰਦਾ ਰੋਲ ਨੰਬਰ, ਸਟੂਡੈਂਟ ਨੇਮ ਤੋਂ ਬਾਅਦ ਕਲਾਸ ਤੋਂ ਬਾਅਦ ਸਬਜੈਕਟ ਲਿਖ ਲੈਂਦੇ ਹਾਂ ਇੰਗਲਿਸ਼, ਤੋਂ ਬਾਅਦ ਹਿੰਦੀ ਤੋਂ ਬਾਅਦ ਪੰਜਾਬੀ ਤੋਂ ਬਾਅਦ ਮੈਥ ਤੋਂ ਬਾਅਦ SST। ਇਸੇ ਤਰ੍ਹਾਂ ਤੁਹਾਨੂੰ ਜਿਸ ਤੱਕ ਤੁਹਾਡੀ ਇੱਛਾ ਹੈ ਤੁਸੀਂ ਆਪਣੇ ਜਿਹੜੇ ਇਸ ਡਾਟਾ ਸ਼ੀਟ ਵਿਊ ਵਿੱਚ ਜਿਹੜੇ ਕਾਲਮ ਹੈ ਉਹ ਐਡ ਕਰ ਸਕਦੇ ਹੋ। ਇਸ ਵਿੱਚ ਰਿਕਾਰਡ ਐਂਟਰ ਕਰਨ ਲਈ ਜਿਵੇਂ ਅਸੀਂ ਆਪਣੇ ਕੀਬੋਰਡ ਤੋਂ ਮੰਨ ਲਓ ਕਿਸੇ ਰੋਲ ਨੰਬਰ 101 ਟਾਈਪ ਕਰਦੇ ਹਾਂ। ਤੁਸੀਂ ਦੇਖ ਪਾ ਰਹੇ ਹੋ ਆਟੋਮੈਟਿਕ ਜਿਹੜਾ ID ਨੰਬਰ ਹੈ ਉਹ ਉੱਥੇ ਜਨਰੇਟ ਹੁੰਦਾ ਜਾਏਗਾ। ਇਸ ਤੋਂ ਬਾਅਦ ਅਸੀਂ ਅਗਲੇ ਦਾ ਰੱਖ ਲੈਂਦੇ 102 103 ਤੇ ਇਸ ਵਿੱਚ ਤੁਸੀਂ ਕਾਲਮ ਜਾਂ ਰੋ ਦੀ ਫਾਰਮ ਦੋਵੇਂ ਤਰ੍ਹਾਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਉਹਦਾ ਤੁਸੀਂ ਜਿਹੜਾ ਡਾਟਾ ਹੈ ਉਹ ਭਰ ਸਕਦੇ ਹੋ। ਪਹਿਲਾਂ ਭਰ ਦਿੰਦੇ ਹਾਂ ਰਾਮ, ਸ਼ਾਮ, ਸੋਹਨ, ਮੋਹਨ, ਰੋਹਨ। ਬਾਅਦ ਕਲਾਸ ਭਰ ਦਿੰਦੇ ਆਪਾਂ ਸਾਰਿਆਂ ਦੀ 9th, ਮਾਰਕਸ ਭਰ ਦਿੰਦੇ ਹਾਂ
ਤੋਂ ਬਾਅਦ ਹਿੰਦੀ ਦੇ ਪੰਜਾਬੀ ਦੇ ਭਰ ਦਿੰਦੇ ਹਾਂ। ਇਸੇ ਤਰ੍ਹਾਂ ਮੈਥ ਦੇ ਨੰਬਰ ਭਰ ਦਿੰਦੇ ਹਾਂ। ਉਸੇ ਤਰ੍ਹਾਂ SST ਦੇ ਡਾਟਾ ਸ਼ੀਟ ਵਿਊ ਵਿੱਚ ਸੇਮ ਤੁਸੀਂ ਉਸੇ ਤਰ੍ਹਾਂ ਹੀ ਟੇਬਲ ਬਣਾ ਸਕਦੇ ਹੋ ਜਿਸ ਤਰ੍ਹਾਂ ਅਸੀਂ MS Excel ਵਿੱਚ ਟੇਬਲ ਬਣਾਉਂਦੇ ਹਾਂ। ਤੇ ਜਦੋਂ ਤੁਸੀਂ ਆਪਣਾ ਟੇਬਲ ਜਿਹੜਾ ਇਸ ਤਰ੍ਹਾਂ ਬਣਾ ਲਓਗੇ ਤਾਂ ਇਸ ਵਿੱਚ ਤੇ ਜਿੰਨੇ ਰਿਕਾਰਡ ਚਾਹੋ ਤੁਸੀਂ ਇਨਸਰਟ ਕਰ ਸਕਦੇ ਹੋ। ਜਿਵੇਂ ਅਸੀਂ ਇਸ ਵਿੱਚ ਸਿਰਫ 5 ਹੀ ਰਿਕਾਰਡ ਜਿਹੜੇ ਆ ਉਹ ਇਨਸਰਟ ਕੀਤੇ ਆ। ਉਸ ਤੋਂ ਬਾਅਦ ਜਿਵੇਂ ਤੁਸੀਂ ਇਸ ਦੇ ਸੱਜੇ ਪਾਸੇ ਲੱਗੇ ਕਲੋਜ਼ ਬਟਨ ਤੇ ਕਲਿੱਕ ਕਰੋਗੇ ਤੇ ਤੁਹਾਨੂੰ ਤੁਹਾਡਾ ਜਿਹੜਾ ਟੇਬਲ ਹੈ ਇਸ ਨੂੰ ਸੇਵ ਕਰਨ ਦੇ ਲਈ ਇੱਕ ਡਾਇਲੌਗ ਬਾਕਸ ਓਪਨ ਹੋ ਜਾਏਗਾ। ਡੂ ਯੂ ਵਾਂਟ ਟੂ ਸੇਵ ਚੇਂਜਿਸ ਯੂਰ ਡਿਜ਼ਾਈਨ ਆਫ ਟੇਬਲ? ਤੇ ਅਸੀਂ ਯੈਸ ਕਰ ਦਿੰਦੇ ਹਾਂ। ਯੈਸ ਕਰਨ ਦੇ ਨਾਲ ਅਸੀਂ ਇਸ ਟੇਬਲ ਦਾ ਨਾਮ ਰੱਖ ਦਿੰਦੇ ਹਾਂ ਸਟੂਡੈਂਟ। ਕਲਿੱਕ ਕਰਨ ਤੋਂ ਬਾਅਦ ਓਕੇ ਤੇ ਕਲਿੱਕ ਕਰਾਂਗੇ। ਹੁਣ ਅਸੀਂ ਦੇਖ ਪਾ ਰਹੇ ਹਾਂ ਟੇਬਲ ਹੈ ਉਹ ਸੇਵ ਹੋ ਕੇ ਬੰਦ ਹੋ ਗਿਆ। ਅਸੀਂ ਇੱਥੇ ਦੁਬਾਰਾ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਜੋ ਵੀ ਅਸੀਂ ਡਾਟਾ ਇਸ ਟੇਬਲ ਸੇਵ ਕੀਤਾ ਹੈ ਉਸੇ ਤਰ੍ਹਾਂ ਸਾਨੂੰ ਇਹ ਟੇਬਲ ਨਜ਼ਰ ਆ ਰਿਹਾ ਸੀਗਾ। ਤੇ ਇਹ ਸੀਗਾ ਟੇਬਲ ਦਾ ਸ਼ੀਟ ਡਿਜ਼ਾਈਨ ਵਿਊ। ਹੁਣ ਅੱਗੇ ਅਸੀਂ ਟੇਬਲ ਡਿਜ਼ਾਈਨ ਵਿਊ ਬਾਰੇ ਜਾਣਾਂਗੇ। ਟੇਬਲ ਡਿਜ਼ਾਈਨ ਵਿਊ 'ਚ ਬਣਾਉਣ ਲਈ ਸਾਨੂੰ ਕੀ ਕਰਨਾ ਪਏਗਾ? ਸਭ ਤੋਂ ਪਹਿਲਾਂ ਦੁਬਾਰਾ ਕ੍ਰੀਏਟ 'ਤੇ ਜਾਣਾ ਪਏਗਾ। ਕ੍ਰੀਏਟ ਦੇ ਵਿੱਚ ਤੁਸੀਂ ਆ ਦੇਖ ਰਹੇ ਹੋ ਇਸ ਵਿੱਚ ਸਾਨੂੰ ਨਜ਼ਰ ਆ ਰਿਹਾ ਟੇਬਲ ਡਿਜ਼ਾਈਨ। ਜਿਵੇਂ ਅਸੀਂ ਟੇਬਲ ਡਿਜ਼ਾਈਨ 'ਤੇ ਕਲਿੱਕ ਕਰਾਂਗੇ ਤਾਂ ਕੁਝ ਇਸ ਤਰ੍ਹਾਂ ਨਾਲ ਜਿਹੜਾ ਟੇਬਲ ਡਿਜ਼ਾਈਨ ਦਾ ਇੰਟਰਫੇਸ ਓਪਨ ਹੋ ਜਾਵੇਗਾ। ਤਾਂ ਜਿਵੇਂ ਕਿ ਅਸੀਂ ਇਸੇ ਵੀਡੀਓ ਵਿੱਚ ਸਟਾਰਟਿੰਗ 'ਚ ਡਾਟਾ ਟਾਈਪ ਬਾਰੇ ਪੜ੍ਹਿਆ ਸੀਗਾ ਕਿ ਕਿਸ ਫੀਲਡ ਵਿੱਚ ਡਾਟਾ ਟਾਈਪ ਕੀ ਹੁੰਦੀ ਹੈ। ਡਾਟਾ ਟਾਈਪ ਦੱਸਦੀ ਹੈ ਵੀ ਜਿਹੜੀ ਫੀਲਡ ਹੈ ਉਸ ਵਿੱਚ ਅਸੀਂ ਕਿਸ ਕਿਸਮ ਦਾ ਡਾਟਾ ਜਿਹੜਾ ਹੈ ਉਹ ਭਰ ਸਕਦੇ ਹਾਂ। ਤਾਂ ਜਿਵੇਂ ਅਸੀਂ ਮੰਨ ਲਓ ਸਾਨੂੰ ਇੱਕ ID ਚਾਹੀਦੀ ਹੈ, ID ਰੱਖਤੀ। ਇਸ ਦੀ ਫੀਲਡ ਅਸੀਂ ਤੈਅ ਕਰਾਂਗੇ ਕਿ ਫੀਲਡ ਟੈਕਸਟ ਹੈ, ਮੀਮੋ ਹੈ, ਨੰਬਰ ਹੈ, ਡੇਟ ਟਾਈਮ ਹੈ, ਕਰੰਸੀ ਹੈ ਜਾਂ ਆਟੋ ਨੰਬਰ ਹੈ। ID ਅਸੀਂ ਜਿਵੇਂ ਚਾਹੁੰਦੇ ਹਾਂ ਵੀ ਹਰ ਇੱਕ ਰਿਕਾਰਡ ਨੂੰ ਐਂਟਰ ਕਰਨ ਤੋਂ ਬਾਅਦ ID ਆਪਣੇ ਆਪ ਹੀ ਜਿਹੜੀ ਹੈ ਉਹ ਕੀ ਕਰਦਾ ਰਹੇ, ਉਸ ਦੀ ਨੰਬਰਿੰਗ ਕਰਦਾ ਰਹੇ, ਕਾਊਂਟ ਉਸ ਨੂੰ ਕਰਦਾ ਰਹੇ। ਆਟੋ ਨੰਬਰ ਕਰ ਦਾਂਗੇ। ID ਤੋਂ ਬਾਅਦ ਸਟੂਡੈਂਟ ਨੇਮ। ਜਿਵੇਂ ਸਟੂਡੈਂਟ ਦਾ ਨੇਮ ਹੈ ਉਹ ਟੈਕਸਟ ਹੀ ਹੁੰਦਾ ਹੈ, ਇਸ ਕਰਕੇ ਅਸੀਂ ਉਸਦੀ ਡਾਟਾ ਟਾਈਪ ਟੈਕਸਟ ਸੈੱਟ ਕਰ ਦਾਂਗੇ। ਸਟੂਡੈਂਟ ਨੇਮ ਤੋਂ ਬਾਅਦ ਕਲਾਸ ਵੀ ਟੈਕਸਟ ਆਏਗਾ। ਇਸ ਵਿੱਚ ਵੀ ਅਸੀਂ ਨੰਬਰ ਤੇ ਨੰਬਰ ਦੇ ਨਾਲ ਜਿੱਦਾਂ 9th ਲਿਖ ਦਿੰਦੇ TH ਲਗਾ ਦਿੰਦੇ, ਟੈਕਸਟ ਨਾਲ ਐਡ ਕਰ ਦਿੰਦੇ ਤੇ ਉਸ ਦੇ ਲਈ ਅਸੀਂ ਟੈਕਸਟ ਹੀ ਕਲਾਸ ਨੂੰ ਇਹਦੀ ਡਾਟਾ ਟਾਈਪ ਰੱਖਾਂਗੇ। ਉਸ ਤੋਂ ਬਾਅਦ ਅਗਲੀ ਸਾਡੇ ਕੋਲ ਹੈ ਮੈਥ ਸਾਡੇ ਕੋਲ ਸਬਜੈਕਟ ਹੈ ਇੱਕ। ਇਸ ਵਿੱਚ ਅਸੀਂ ਨੰਬਰ ਭਰਾਂਗੇ, ਇਸ ਕਰਕੇ ਇਸ ਦੀ ਡਾਟਾ ਟਾਈਪ ਅਸੀਂ ਨੰਬਰ ਸੈੱਟ ਕਰ ਦਿੰਦੇ ਹਾਂ। ਮੈਥ ਤੋਂ ਬਾਅਦ ਅੱਗੇ ਸਾਡੇ ਕੋਲ ਇੰਗਲਿਸ਼ ਹੈ। ਇੰਗਲਿਸ਼ ਵੀ ਅਸੀਂ ਇਸ ਦੇ ਨੰਬਰ ਭਰਨੇ, ਇਸ ਕਰਕੇ ਅਸੀਂ ਡਾਟਾ ਨੰਬਰ ਸੈੱਟ ਕਰ ਦਿੰਦੇ ਹਾਂ। ਇਸ ਤੋਂ ਬਾਅਦ ਪੰਜਾਬੀ ਦੀ ਵੀ ਡਾਟਾ ਟਾਈਪ ਨੰਬਰ ਹੀ ਆਵੇਗੀ। ਪੰਜਾਬੀ ਤੋਂ ਇਲਾਵਾ SST ਦੀ ਵੀ ਡਾਟਾ ਟਾਈਪ ਅਸੀਂ ਨੰਬਰ ਹੀ ਲਵਾਂਗੇ। ਇਸੇ ਤਰ੍ਹਾਂ ਆਪਾਂ ਹੋਰ ਲੈ ਲੈਂਦੇ ਹਾਂ ਸਾਇੰਸ ਦੀ ਵੀ ਡਾਟਾ ਟਾਈਪ ਹੈ ਸਾਡੇ ਕੋਲ ਨੰਬਰ ਹੀ ਆਏਗੀ। ਤੇ ਜੇਕਰ ਤੁਸੀਂ ਕੋਈ ਡੇਟ ਵਗੈਰਾ ਮੈਂਸ਼ਨ ਕਰਨਾ ਚਾਹੁੰਦੇ ਹੋ ਉਸ ਲਈ ਡੇਟ ਟਾਈਮ ਦੀ ਵਰਤੋਂ ਕਰ ਸਕਦੇ ਹੋ। ਜੇ ਕੋਈ ਪੈਸੇ ਵਗੈਰਾ ਐਂਟਰ ਕਰਨੇ ਉਹਦੇ ਲਈ ਕਰੰਸੀ ਦੀ ਚੋਣ ਕਰ ਸਕਦੇ ਹੋ। ਯੈਸ ਔਰ ਨੋ ਦੀ ਆਪਸ਼ਨ ਉਦੋਂ ਤੁਸੀਂ ਚੁਣ ਸਕਦੇ ਹੋ ਜਦੋਂ ਤੁਸੀਂ ਚਾਹੁੰਦੇ ਹੋ। ਯੂਜ਼ਰ ਨੂੰ ਤੁਸੀਂ ਆਪਸ਼ਨ ਦਿੱਤੇ ਆ ਵੀ ਜਿੱਦਾਂ ਜੈਂਡਰ ਕੀ ਹੈ, ਮਤਲਬ ਤੁਸੀਂ ਮੇਲ ਹੋ ਜਾਂ ਫੀਮੇਲ ਹੋ। ਜੇ ਮੇਲ ਹੋ ਤਾਂ ਯੈਸ, ਜੇ ਫੀਮੇਲ ਹੋ ਤਾਂ ਨੋ ਕਰ ਦਿਓ। ਇਸ ਤਰ੍ਹਾਂ ਨਾਲ ਤੇ ਵੱਖ-ਵੱਖ ਜਿਹੜੇ ਡਾਟਾ ਟਾਈਪ ਦੀ ਤੁਸੀਂ ਲਿਸਟ ਦੇਖ ਪਾ ਰਹੇ ਹੋ, ਇਸਦੀ ਚੋਣ ਕਰ ਸਕਦੇ ਹੋ। ਹੁਣ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਸਾਡਾ ਜਿਹੜਾ ਟੇਬਲ ਹੈ, ਸਾਨੂੰ ਜੋ ਇਸ ਵਿੱਚ ਫੀਲਡ ਚਾਹੀਦੀਆਂ ਉਸ ਫੀਲਡ ਲੈ ਲਈ ਹੈ। ਫੀਲਡ ਦੇ ਨਾਲ ਉਹਦੀ ਡਾਟਾ ਟਾਈਪ ਜਿਹੜੀ ਉਸਦੀ ਸੈਟਿੰਗ ਕਰ ਦਿੱਤੀ ਹੈ। ਹੁਣ ਅਸੀਂ ਇਸ ਟੇਬਲ ਨੂੰ ਸੇਵ ਕਰਾਂਗੇ। ਦੁਬਾਰਾ ਕਲੋਜ਼ ਬਟਨ ਤੇ ਕਲਿੱਕ ਕਰਦੇ ਹਾਂ। ਇਹ ਸੇਵ ਦਾ ਆਪਸ਼ਨ ਮੰਗ ਰਿਹਾ ਹੈ। ਹੁਣ ਅਸੀਂ ਇਸ ਦਾ ਫੀਲਡ ਤੋਂ ਸਟੂਡੈਂਟ 1 ਨਾਮ ਰੱਖ ਦਿੰਦੇ ਹਾਂ, ਕਿਉਂਕਿ ਜਿਹੜਾ ਆਪਾਂ ਡਾਟਾ ਸ਼ੀਟ ਵਿਊ ਵਿੱਚ ਟੇਬਲ ਬਣਾਇਆ ਸੀ ਉਸਦਾ ਨਾਮ ਸਟੂਡੈਂਟ ਰੱਖਿਆ ਸੀ। ਇਸ ਦਾ ਨਾਮ ਅਸੀਂ ਸਟੂਡੈਂਟ 1 ਕਰ ਦਿੰਦੇ ਹਾਂ, ਓਕੇ ਕਰ ਦਿੰਦੇ ਹਾਂ। ਇਸ ਤੋਂ ਬਾਅਦ ਇਹ ਪੁੱਛ ਰਿਹਾ ਹੈ
ਕਿ ਤੁਹਾਨੂੰ ਇਸ ਟੇਬਲ ਵਿੱਚ ਜਿਹੜੀ ਪ੍ਰਾਇਮਰੀ ਕੀ ਹੈ, ਪ੍ਰਾਇਮਰੀ ਕੀ ਦੀ ਲੋੜ ਹੈਗੀ ਹੈ। ਜੇਕਰ ਯੈਸ ਕਰੋਗੇ ਤਾਂ ਇਸ ਵਿੱਚ ਆਟੋਮੈਟਿਕਲੀ ਇੱਕ ਪ੍ਰਾਇਮਰੀ ਕੀ ਲਗਾ ਦੇਗਾ। ਹੁਣ ਤੁਸੀਂ ਦੇਖ ਪਾ ਰਹੇ ਹੋ ਇਹ ਸਾਡੇ ਕੋਲ ਡਿਜ਼ਾਈਨ ਵਿਊ ਦਾ ਜਿਹੜਾ ਡਾਟਾ ਵਿਊ ਹੈ, ਜਿਸ ਵਿੱਚ ਅਸੀਂ ਰਿਕਾਰਡ ਐਂਟਰ ਕਰ ਰਹੇ ਹਾਂ, ਸਾਨੂੰ ਨਜ਼ਰ ਆ ਰਿਹਾ ਹੈ। ਤਾਂ ਜੋ ਅਸੀਂ ਫੀਲਡ ਵਿੱਚ ਐਂਟਰ ਕੀਤਾ ਸੀਗਾ, ਸਟੂਡੈਂਟ ਨੇਮ, ਕਲਾਸ, ਮੈਥ, ਇੰਗਲਿਸ਼, ਪੰਜਾਬੀ, SST, ਸਾਇੰਸ, ਤੇ ਇਸ ਤਰ੍ਹਾਂ ਸਾਨੂੰ ਜਿਹੜਾ ਵਿਊ ਦਿਖਾਈ ਦੇ ਰਿਹਾ ਹੈ। ਹੁਣ ਜਿਵੇਂ ਮੰਨ ਲਓ ਇਸ ਵਿੱਚ ਮੈਂ ਫਿਰ ਤੋਂ ਕੋਈ ਰਿਕਾਰਡ ਐਂਟਰ ਕਰ ਦਿੰਦਾ, ਸ਼ੋਭਾ, ਕਲਾਸ ਹੈਗੀ ਹੈ 9th, ਮਾਰਕਸ ਹੈਗੇ ਆ 25, 46, 55, 72, 54। ਉਸ ਤੋਂ ਬਾਅਦ ਅਗਲਾ ਬੱਚਾ ਆ ਸ਼ਮਸ਼ੇਰ, ਕਲਾਸ ਹੈ 9th, ਮਾਰਕਸ ਅਸੀਂ ਇਸਦੇ ਆਪਣੇ ਹਿਸਾਬ ਨਾਲ ਭਰ ਦਿੰਦੇ ਹਾਂ। ਉਸ ਤੋਂ ਬਾਅਦ ਅਗਲਾ ਆਪਾਂ ਮੰਨ ਲੈਂਦੇ ਹਾਂ ਸੁੰਦਰ, ਸਾਡੇ ਕੋਲ 3 ਰਿਕਾਰਡ ਹੋ ਗਏ। ਇਸ ਤੋਂ ਬਾਅਦ ਸੇਵ ਤੇ ਕਲਿੱਕ ਕਰਾਂਗੇ ਤੇ ਜਿਹੜਾ ਡਾਟਾ ਆ ਇਸ ਵਿੱਚ ਸੇਵ ਹੋ ਚੁੱਕਿਆ ਹੈ। ਤੇ ਇਸ ਤਰ੍ਹਾਂ ਅਸੀਂ ਇਹ ਸਾਡੇ ਕੋਲ ਪਹਿਲਾ ਸੀਗਾ ਡਾਟਾ ਸ਼ੀਟ ਡਿਜ਼ਾਈਨ ਵਿਊ, ਦੂਸਰਾ ਅਸੀਂ ਕੀਤਾ ਸੀਗਾ ਟੇਬਲ ਡਿਜ਼ਾਈਨ ਵਿਊ। ਇਸ ਤਰ੍ਹਾਂ ਅਸੀਂ ਦੋਵੇਂ ਤਰੀਕਿਆਂ ਰਾਹੀਂ, ਸੋ ਇਸ ਤਰ੍ਹਾਂ ਅਸੀਂ 2 ਤਰੀਕਿਆਂ ਨਾਲ ਡਾਟਾ ਸ਼ੀਟ ਵਿਊ ਰਾਹੀਂ ਜਿਵੇਂ ਦੇਖ ਪਾ ਰਹੇ ਹੋ, ਤੇ ਦੂਸਰਾ ਤਰੀਕਾ ਸਾਡੇ ਕੋਲ ਟੇਬਲ ਡਿਜ਼ਾਈਨ ਵਿਊ। ਦੋਨੋਂ ਤਰੀਕਿਆਂ ਰਾਹੀਂ ਅਸੀਂ MS ਐਕਸੈਸ ਵਿੱਚ ਟੇਬਲ ਬਣਾ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਹੁਣ ਪੜ੍ਹ ਲੈਂਦੇ ਹਾਂ ਪ੍ਰਾਇਮਰੀ ਕੀ। ਅਸੀਂ ਕਿਸੇ ਟੇਬਲ ਵਿੱਚ ਕਿਸੇ ਫੀਲਡ ਦੇ ਉੱਪਰ ਪ੍ਰਾਇਮਰੀ ਕੀ ਕਿਵੇਂ ਲਗਾ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪੜ੍ਹ ਲੈਂਦੇ ਹਾਂ ਪ੍ਰਾਇਮਰੀ ਕੀ ਹੁੰਦੀ ਹੈ। ਪ੍ਰਾਇਮਰੀ ਕੀ ਕਿਸੇ ਵੀ ਫੀਲਡ ਨੂੰ ਵਿਲੱਖਣ ਤੌਰ ਤੇ ਦਰਸਾਉਂਦੀ ਹੈ। ਵਿਲੱਖਣ ਤੋਂ ਇੱਥੇ ਭਾਵ ਹੈ ਜਿਸ ਵੀ ਫੀਲਡ ਤੇ ਅਸੀਂ ਪ੍ਰਾਇਮਰੀ ਕੀ ਨੂੰ ਸੈੱਟ ਕਰ ਦਿੰਦੇ ਹਾਂ, ਉਸ ਫੀਲਡ ਵਿੱਚ ਅਸੀਂ ਇੱਕ ਹੀ ਵੈਲਿਊ ਨੂੰ ਦੁਬਾਰਾ ਐਂਟਰ ਨਹੀਂ ਕਰ ਸਕਦੇ। ਕਹਿਣ ਦਾ ਭਾਵ ਜਿਵੇਂ ਇਸ ਵਿੱਚ ID ਹੈ, ID ਵਿੱਚ ਉਸਦੀ ਪਹਿਲੀ ਵੈਲਿਊ ਹੈ 1, ਫਿਰ 2, ਫਿਰ 3। ਮਤਲਬ ਜੇ ਦੁਬਾਰਾ ਮੈਂ 1 ਐਂਟਰ ਕਰ ਦਿੰਦਾ ਹਾਂ, ਜੇਕਰ ਇਸ ਨੂੰ ਅਸੀਂ ਪ੍ਰਾਇਮਰੀ ਕੀ ਸੈੱਟ ਕੀਤਾ ਹੋਏਗਾ ਤਾਂ ਅਸੀਂ ਇੱਕ ਮੁੱਲ ਨੂੰ ਬਾਰ-ਬਾਰ ਐਂਟਰ ਨਹੀਂ ਕਰ ਸਕਦੇ। ਤਾਂ ਪ੍ਰਾਇਮਰੀ ਕੀ ਤੁਹਾਡੇ ਜਿਹੜਾ ਰਿਕਾਰਡ ਹੈ ਉਸ ਦੀ ਵਿਲੱਖਣਤਾ ਨੂੰ ਦਰਸਾਉਂਦੀ ਹੈ। ਤਾਂ ਪ੍ਰਾਇਮਰੀ ਕੀ ਨੂੰ ਅਸੀਂ ਸੈੱਟ ਕਿਵੇਂ ਕਰ ਸਕਦੇ ਹਾਂ, ਜਿਵੇਂ ਤੁਸੀਂ ਦੇਖ ਪਾ ਰਹੇ ਹੋ ਇੱਥੇ ਸਾਡੇ ਕੋਲ ਇੱਕ ਜਿਹੜਾ ਦੂਸਰਾ ਟੇਬਲ ਸੀ ਡਿਜ਼ਾਈਨ ਵਿਊ 'ਚ ਬਣਾਇਆ ਸੀਗਾ, ਅਸੀਂ ਇਸ ਨੂੰ ਦੁਬਾਰਾ ਡਿਜ਼ਾਈਨ ਵਿਊ 'ਚ ਓਪਨ ਕਰਕੇ ਹੀ ਅਸੀਂ ਪ੍ਰਾਇਮਰੀ ਕੀ ਨੂੰ ਸੈੱਟ ਕਰ ਸਕਦੇ ਹਾਂ। ਉਸ ਦੇ ਲਈ ਅਸੀਂ ਇਸ ਟੇਬਲ 'ਤੇ ਮਾਊਸ ਦੇ ਰਾਈਟ ਕਲਿੱਕ ਜਾਂ ਸੱਜੇ ਬਟਨ ਨੂੰ ਪ੍ਰੈਸ ਕਰਾਂਗੇ। ਇੱਥੇ ਤੁਸੀਂ ਦੇਖ ਪਾ ਰਹੇ ਹੋ ਦੂਸਰਾ ਆਪਸ਼ਨ ਹੈ ਡਿਜ਼ਾਈਨ ਵਿਊ। ਡਿਜ਼ਾਈਨ ਵਿਊ 'ਤੇ ਕਲਿੱਕ ਕਰੋ। ਹੁਣ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਅਸੀਂ ਟੇਬਲ ਡਿਜ਼ਾਈਨ ਕੀਤਾ ਸੀਗਾ ਡਿਜ਼ਾਈਨ ਵਿਊ 'ਚ, ਉਹ ਕੁਛ ਸਾਨੂੰ ਇਸ ਤਰ੍ਹਾਂ ਨਾਲ ਨਜ਼ਰ ਆ ਰਿਹਾ ਹੈ। ਇਸ ਵਿੱਚ ਜਿਸ ਵੀ ਫੀਲਡ ਨੂੰ ਤੁਸੀਂ ਪ੍ਰਾਇਮਰੀ ਕੀ ਸੈੱਟ ਕਰਨਾ ਚਾਹੁੰਦੇ ਹੋ, ਜਿਵੇਂ ਮੰਨ ਲਓ ID ਨੂੰ ਮੈਂ ਪ੍ਰਾਇਮਰੀ ਕੀ ਸੈੱਟ ਕਰਨਾ ਚਾਹੁੰਦਾ ਹਾਂ। ਇੱਥੇ ਸਾਡੇ ਕੋਲ ਡਿਜ਼ਾਈਨ ਵਿਊ ਵਿੱਚ ਪ੍ਰਾਇਮਰੀ ਕੀ ਦਾ ਜਿਹੜਾ ਆਪਸ਼ਨ ਹੈ ਆਈਕਨ ਨਜ਼ਰ ਆ ਰਿਹਾ। ਤੇ ਜਿਵੇਂ ਹੀ ਮੈਂ ਇੱਥੇ ਪ੍ਰਾਇਮਰੀ ਕੀ 'ਤੇ ਪ੍ਰੈਸ ਕਰਾਂਗਾ ਤੇ ਇੱਥੇ ਜਿਹੜੀ ਚਾਬੀ ਦਾ ਜਿਹੜਾ ਕੀ ਦਾ ਆਈਕਨ ਹੈ ਉੱਥੇ ਬਣ ਜਾਏਗਾ। ਇਹ ਤੁਸੀਂ ਦੇਖ ਪਾ ਰਹੇ ਹੋ ਇੱਥੇ ਜਿਹੜਾ ਕੀ ਦਾ ਆਈਕਨ ਬਣ ਚੁੱਕਿਆ ਹੈ। ਹੁਣ ਅਸੀਂ ਇਸਨੂੰ ਸੇਵ ਕਰ ਲੈਂਦੇ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਟੇਬਲ ਹੈ ਇਸ ਵਿੱਚ ID ਫੀਲਡ ਹੈ ਉਹ ਪ੍ਰਾਇਮਰੀ ਕੀ ਬਣ ਚੁੱਕੀ ਹੈ। ਤਾਂ ਇਸ ਤਰ੍ਹਾਂ ਅਸੀਂ ਕਿਸੇ ਵੀ ਟੇਬਲ ਵਿੱਚ ਪ੍ਰਾਇਮਰੀ ਕੀ ਦੀ ਵਰਤੋਂ ਕਰਦੇ ਹੋਏ ਕਿਸੇ ਇੱਕ ਫੀਲਡ ਨੂੰ ਪ੍ਰਾਇਮਰੀ ਕੀ ਸੈੱਟ ਕਰ ਸਕਦੇ ਹਾਂ। ਹੁਣ ਅੱਗੇ ਅਸੀਂ ਫਾਰਮ ਬਾਰੇ ਪੜ੍ਹ ਲੈਂਦੇ ਹਾਂ। ਸੋ ਹੁਣ ਅਸੀਂ ਫਾਰਮ ਬਾਰੇ ਜਾਣਾਂਗੇ। ਫਾਰਮ ਇੱਕ ਡਾਟਾਬੇਸ ਆਬਜੈਕਟ ਹੁੰਦਾ ਹੈ। ਫਾਰਮ ਟੇਬਲ ਦੀ ਗ੍ਰਾਫਿਕਲ ਪੇਸ਼ਕਾਰੀ ਹੈ ਜਿਸ ਦੀ ਵਰਤੋਂ ਟੇਬਲ ਵਿੱਚ ਡਾਟਾ ਭਰਨ, ਮੌਜੂਦਾ ਟੇਬਲ ਵਿੱਚ ਡਾਟਾ ਬਦਲਣ ਜਾਂ ਡਿਲੀਟ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਫਾਰਮ ਯੂਜ਼ਰ ਜਾਂ ਵਰਤੋਂਕਾਰ ਤੋਂ ਇਨਪੁੱਟ ਡਾਟਾ ਲੈਣ ਦਾ ਵੀ ਇੱਕ ਜ਼ਰੀਆ ਹੈ ਜਿਸ ਦੇ ਰਾਹੀਂ ਅਸੀਂ ਯੂਜ਼ਰ ਤੋਂ ਲੋੜੀਂਦੀ ਜਿਹੜੀ ਸੂਚਨਾ ਹੈ ਉਹ ਇਕੱਠੀ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਕੋਈ ਵੀ ਜਦੋਂ ਵੀ ਅਸੀਂ ਕੋਈ ਪ੍ਰੀਖਿਆ ਦਿੰਦੇ ਹਾਂ ਜਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਜਾਂ ਕਿਸੇ ਨੌਕਰੀ ਲਈ ਅਪਲਾਈ ਕਰਦੇ ਹਾਂ ਤਾਂ ਸਾਨੂੰ ਉਸ ਦੇ ਲਈ ਕੀ ਕਰਨਾ ਪੈਂਦਾ ਹੈ। ਜਦ ਤੁਸੀਂ ਸਕੂਲ ਵਿੱਚ ਦਾਖਲਾ ਲੈਣ ਜਾਂਦੇ ਹੋ ਤਾਂ ਤੁਹਾਨੂੰ ਇੱਕ ਫਾਰਮ ਦਿੱਤਾ ਜਾਂਦਾ ਹੈ। ਤਾਂ ਫਾਰਮ ਇੱਕ ਜ਼ਰੀਆ ਹੈ ਜਿਸ ਦੇ ਰਾਹੀਂ ਅਸੀਂ
ਯੂਜ਼ਰ ਤੋਂ ਜਾਂ ਲੋਕਾਂ ਤੋਂ ਜਿਹੜਾ ਸਹੀ ਡਾਟਾ ਆ ਉਹ ਇਕੱਠਾ ਕਰ ਸਕਦੇ ਹਾਂ। ਤਾਂ ਐਕਸੈਸ MS ਐਕਸੈਸ ਵਿੱਚ ਵੀ ਅਸੀਂ ਫਾਰਮ ਦੀ ਵਰਤੋਂ ਰਾਹੀਂ ਜਿਹੜਾ ਟੇਬਲ ਹੈ ਉਸ ਵਿੱਚ ਡਾਟਾ ਨੂੰ ਐਡ ਕਰ ਸਕਦੇ ਹਾਂ, ਭਰ ਸਕਦੇ ਹਾਂ, ਉਸ ਵਿੱਚ ਕੋਈ ਬਦਲਾਅ ਕਰ ਸਕਦੇ ਹਾਂ ਜਾਂ ਉਸ ਡਾਟੇ ਨੂੰ ਡਿਲੀਟ ਵੀ ਕਰ ਸਕਦੇ ਹਾਂ। ਤੇ ਫਾਰਮ ਦੇ ਵਿੱਚ ਜਿਹੜਾ ਡਾਟਾ ਆ ਉਹ ਇੱਕ ਰਿਕਾਰਡ ਇੱਕ ਇੱਕ ਕਰਕੇ ਹੀ ਨਜ਼ਰ ਆਉਂਦਾ ਹੈ। ਤਾਂ ਹੁਣ ਅਸੀਂ ਫਾਰਮ ਬਣਾਉਣਾ ਸਿੱਖ ਲੈਂਦੇ ਹਾਂ। ਸੋ ਬੱਚੇ ਹੁਣ ਅਸੀਂ ਫਾਰਮ ਬਾਰੇ ਸਿੱਖ ਲੈਂਦੇ ਹਾਂ ਕਿ ਫਾਰਮ ਅਸੀਂ ਕਿੱਥੋਂ ਖੋਲ ਸਕਦੇ ਹਾਂ ਜਾਂ ਕਿੱਥੋਂ ਬਣਾ ਸਕਦੇ ਹਾਂ। ਸੋ ਫਾਰਮ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਕੋਲ ਸ਼ਰਤ ਹੁੰਦੀ ਹੈ ਵੀ ਸਾਡੇ ਕੋਲ ਕੋਈ ਨਾ ਕੋਈ ਟੇਬਲ ਸਾਡੇ ਕੋਲ ਡਾਟਾਬੇਸ ਵਿੱਚ ਬਣਿਆ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਜਿਹੜੇ ਰਿਕਾਰਡ ਹੈ ਉਹ ਥੋੜ੍ਹੇ ਬਹੁਤੇ ਤੁਸੀਂ ਐਡ ਕਰ ਲਿਓ, ਨਿਕਾਲ ਲੈਣੇ ਚਾਹੀਦੇ ਆ। ਤਾਂ ਫਾਰਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਕ੍ਰੀਏਟ ਤੇ ਜਾਓ। ਕ੍ਰੀਏਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਟੇਬਲ ਗਰੁੱਪ ਤੋਂ ਬਾਅਦ ਸਾਡੇ ਕੋਲ ਅਗਲਾ ਗਰੁੱਪ ਹੈ ਫਾਰਮਸ। ਤਾਂ ਫਾਰਮਸ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਫਾਰਮ ਜਾਂ ਫਾਰਮ ਡਿਜ਼ਾਈਨ। ਤਾਂ ਪਹਿਲਾਂ ਅਸੀਂ ਫਾਰਮ ਬਾਰੇ ਗੱਲ ਕਰ ਲੈਂਦੇ ਹਾਂ। ਇਸ ਵਿੱਚ ਸਾਡੇ ਕੋਲ ਫਾਰਮ ਬਣਾਉਣ ਦੇ ਦੋ ਤਰੀਕੇ ਆ। ਪਹਿਲਾ ਫਾਰਮ ਵਿਊ ਰਾਹੀਂ, ਦੂਸਰਾ ਹੈ ਫਾਰਮ ਡਿਜ਼ਾਈਨ ਵਿਊ ਰਾਹੀਂ। ਫਾਰਮ ਵਿਊ ਤੇ ਜਿਵੇਂ ਅਸੀਂ ਕਲਿੱਕ ਕਰਾਂਗੇ, ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋ ਕਿ ਫਾਰਮ ਸਟੂਡੈਂਟ 1 ਨਾਮ ਤੋਂ ਓਪਨ ਹੋ ਗਿਆ ਹੈ। ਇਸ ਵਿੱਚ ਸਾਡੇ ਕੋਲ ਵੱਖ-ਵੱਖ ਜਿਹੜੀਆਂ ਫੀਲਡ ਹੈ, ਫੀਲਡ ਦੇ ਵਿੱਚ ਜੋ ਡਾਟਾ ਪਾਇਆ ਹੋਇਆ ਉਹ ਸਾਨੂੰ ਇੱਥੇ ਨਜ਼ਰ ਆ ਰਿਹਾ ਹੈ। ਤੇ ਇਹ ਸਾਡੇ ਕੋਲ ID 1 ਦਾ ਜਿਹੜਾ ਰਿਕਾਰਡ ਹੈ ਉਹ ਸਾਨੂੰ ਨਜ਼ਰ ਆ ਰਿਹਾ ਹੈ। ਜੇਕਰ ਅਸੀਂ ਅਗਲੇ ਰਿਕਾਰਡ ਤੇ ਜਾਣਾ ਹੈ ਤਾਂ ਤੁਸੀਂ ਦੇਖ ਰਹੇ ਹੋ ਰਿਕਾਰਡ ਸਾਡੇ ਕੋਲ ਪਹਿਲਾ ਰਿਕਾਰਡ ਓਪਨ ਹੈ। ਟੋਟਲ ਸਾਡੇ ਕੋਲ 3 ਰਿਕਾਰਡ ਨੇ ਤੇ ਅਸੀਂ ਅਗਲੇ ਤੇ ਜਾਣਾ ਹੈ ਤੇ ਨੈਕਸਟ ਰਿਕਾਰਡ ਤੇ ਕਲਿੱਕ ਕਰਾਂਗੇ ਤੇ ਇਸ ਤਰ੍ਹਾਂ ਨਾਲ ਤੁਸੀਂ ਦੇਖ ਰਹੇ ਹੋ ਹੁਣ ਇਹ ਦੂਸਰਾ ਰਿਕਾਰਡ ਓਪਨ ਹੋ ਗਿਆ ਹੈ। ਫਿਰ ਦੁਬਾਰਾ ਨੈਕਸਟ ਤੇ ਕਰਾਂਗੇ ਤੇ ਨੈਕਸਟ ਤੇ ਅਗਲਾ ਰਿਕਾਰਡ ਇਸ ਤਰ੍ਹਾਂ ਓਪਨ ਹੋ ਜਾਏਗਾ। ਜੇ ਤੁਸੀਂ ਸਭ ਤੋਂ ਪਹਿਲੇ ਤੇ ਜਾਣਾ ਹੈ ਤੇ ਫਸਟ ਰਿਕਾਰਡ ਤੇ ਕਰੋਗੇ ਤੇ ਪਹਿਲੇ ਤੇ ਚਲਾ ਜਾਏਗਾ। ਇੱਥੇ ਸਾਡੇ ਕੋਲ ਲਾਸਟ ਰਿਕਾਰਡ ਹੈ, ਲਾਸਟ ਰਿਕਾਰਡ ਤੇ ਕਰੋਗੇ ਤਾਂ ਲਾਸਟ ਰਿਕਾਰਡ ਤੇ ਆ ਜਾਏਗਾ। ਤੇ ਇਹ ਜਿਹੜਾ ਬਟਨ ਹੈ ਇਹ ਇੱਕ ਇੱਕ ਕਰਕੇ ਤੁਸੀਂ ਅੱਗੇ ਜਾ ਸਕਦੇ ਹੋ ਜਾਂ ਇੱਕ ਇੱਕ ਕਰਕੇ ਪਿੱਛੇ ਆ ਸਕਦੇ ਹੋ। ਤੇ ਇਸ ਤਰ੍ਹਾਂ ਅਸੀਂ ਫਾਰਮ ਵਿਊ ਵਿੱਚ ਜਿਹੜਾ ਫਾਰਮ ਹੈ ਉਹ ਆਪਣਾ ਵੇਖ ਸਕਦੇ ਹਾਂ। ਹੁਣ ਅਸੀਂ ਫਾਰਮ ਡਿਜ਼ਾਈਨ ਵਿਊ ਰਾਹੀਂ ਬਣਾ ਕੇ ਵੇਖ ਲੈਂਦੇ ਹਾਂ। ਫਿਰ ਦੁਬਾਰਾ ਕ੍ਰੀਏਟ ਤੇ ਜਾਵਾਂਗੇ। ਕ੍ਰੀਏਟ ਦੇ ਵਿੱਚ ਫਾਰਮ ਡਿਜ਼ਾਈਨ ਤੇ ਕਲਿੱਕ ਕਰਦੇ ਸਾਰ ਇਸ ਤਰ੍ਹਾਂ ਨਾਲ ਇੱਕ ਬਲੈਂਕ ਸ਼ੀਟ ਜਿਵੇਂ ਦੇਖ ਰਹੇ ਹੋ ਇਸ ਤਰ੍ਹਾਂ ਨਜ਼ਰ ਆਏਗੀ। ਇਸ ਵਿੱਚ ਸਾਡੇ ਕੋਲ ਜਿਹੜਾ ਕੰਟਰੋਲਸ ਹੈ, ਕੰਟਰੋਲ ਵਿੱਚ ਸਾਡੇ ਕੋਲ ਕਾਫੀ ਸਾਰੇ ਇਹਦੇ ਵਿੱਚ ਟੂਲਸ ਹੈਗੇ ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਅਸੀਂ ਆਪਣਾ ਫਾਰਮ ਡਿਜ਼ਾਈਨ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਪੇਜ ਦਾ ਟਾਈਟਲ ਚੁਣ ਲੈਂਦੇ ਹਾਂ ਤੇ ਇੱਥੇ ਸਾਨੂੰ ਦਿੱਤਾ ਹੋਇਆ ਟਾਈਟਲ ਤੇ ਕਲਿੱਕ ਕਰਦੇ ਨਾਲ ਹੀ ਇੱਥੇ ਫਾਰਮ ਦਾ ਹੈਡਰ ਹੈ ਇਹ ਓਪਨ ਹੋ ਜਾਏਗਾ। ਇਸ ਵਿੱਚ ਅਸੀਂ ਡਬਲ ਕਲਿੱਕ ਕਰਕੇ ਬੈਕ ਸਪੇਸ ਪ੍ਰੈਸ ਕਰਦੇ ਹੋਏ ਅਸੀਂ ਇਸ ਟੇਬਲ ਦਾ ਹੈਡਿੰਗ ਜਿਹੜਾ ਹੈ ਉਹ ਰੱਖ ਦਿੰਦੇ ਹਾਂ ਸਟੂਡੈਂਟ ਡਾਟਾ ਫਾਰਮ। ਇਹਨੂੰ ਆਪਾਂ ਇੱਥੇ ਡਰੈਗ ਕਰਕੇ ਲੈ ਆਨੇ। ਹੁਣ ਉਸ ਤੋਂ ਬਾਅਦ ਮੈਨੂੰ ਜੋ ਜੋ ਫੀਲਡ ਚਾਹੀਦੀ ਹੈ ਮੈਂ ਉਹ ਫੀਲਡ ਦੀ ਚੋਣ ਕਰਾਂਗਾ। ਪਹਿਲਾਂ ਮੈਨੂੰ ਲੇਬਲ ਚਾਹੀਦਾ ਹੈ। ਲੇਬਲ ਦੀ ਵਰਤੋਂ ਅਸੀਂ ਟੈਕਸਟ ਬਾਕਸ ਵਿੱਚ ਕੀ ਡਾਟਾ ਭਰਨਾ ਹੈ ਉਸ ਦੇ ਸਾਹਮਣੇ ਦਰਸਾਉਣ ਲਈ ਅਸੀਂ ਲੇਬਲ ਦੀ ਵਰਤੋਂ ਕਰਦੇ ਹਾਂ। ਜਿਵੇਂ ਪਹਿਲਾਂ ਸਾਡੇ ਕੋਲ ਹੈ ਸਟੂਡੈਂਟ ਨੇਮ ਲੇਬਲ ਤੇ ਲੈ ਲਿਆ। ਫਿਰ ਸਾਹਮਣੇ ਵਿੱਚ ਕੀ ਭਰਨਾ ਵਾ ਸਟੂਡੈਂਟ ਨੇਮ ਤੇ ਨੇਮ ਜਿੱਚ ਭਰਾਂਗੇ ਉੱਚ ਅਸੀਂ ਬਾਕਸ ਲੈ ਲਾਂਗੇ। ਇਹ ਦੇਖ ਪਾ ਰਹੇ ਹੋ ਅਸੀਂ ਇੱਕ ਬਾਕਸ ਲੈ ਲਿਆ ਜਿਸ ਵਿੱਚ ਜਿਹੜਾ ਡਾਟਾ ਅਸੀਂ ਭਰਾਂਗੇ। ਉਸ ਤੋਂ ਬਾਅਦ ਅਗਲਾ ਸਾਡੇ ਕੋਲ ਕੰਟਰੋਲ ਹੈ। ਇੱਕ ਹੋਰ ਟੈਕਸਟ ਬਾਕਸ ਲਵਾਂਗੇ। ਇਸ ਵਿੱਚ ਟੈਕਸਟ ਵਿੱਚ ਅਸੀਂ ਭਰਾਂਗੇ ਇਹਦਾ ਲੇਬਲ। ਸਾਡੇ ਕੋਲ ਲੇਬਲ ਹੈਗਾ ਅਗਲਾ ਕਲਾਸ। ਪਹਿਲਾਂ ਅਸੀਂ ਇਸ ਨੂੰ ਚਲਾ ਕੇ ਦੇਖ ਲੈਂਦੇ ਹਾਂ, ਇਹਦਾ ਵਿਊ ਦੇਖ ਲੈਂਦੇ ਹਾਂ ਫਿਰ ਸਾਨੂੰ ਕਿੱਦਾਂ ਦਾ ਨਜ਼ਰ ਆਏਗਾ ਫਾਰਮ। ਪਹਿਲਾਂ ਅਸੀਂ ਇਸਨੂੰ ਸੇਵ ਕਰ ਲੈਂਦੇ ਹਾਂ। ਕਲੋਜ਼ ਤੇ ਕਰਾਂਗੇ। ਫਾਰਮ ਸੇਵ ਕਰਨਾ ਯੈਸ। ਫਾਰਮ ਦਾ ਨਾਮ ਦੇ ਦਿੰਦੇ ਹਾਂ ਸਟੂਡੈਂਟ ਫਾਰਮ। ਜੇ ਦੇਖ ਪਾ ਰਹੇ ਹੋ ਕਿ ਫਾਰਮ ਓਪਨ ਹੋ ਗਿਆ। ਨੀਚੇ ਤੁਸੀਂ ਦੇਖ ਪਾ ਰਹੇ ਹੋ ਹੁਣ ਇਸ ਵਿੱਚ ਸਿਰਫ ਸਾਡੇ ਕੋਲ ਦੋ ਹੀ ਫੀਲਡ ਨਜ਼ਰ ਆ ਰਹੀਆਂ ਸਟੂਡੈਂਟ ਨੇਮ ਤੇ ਸਟੂਡੈਂਟ ਕਲਾਸ।
ਤੇ ਹੁਣ ਅਸੀਂ ਡਾਟਾ ਫਿਲਟਰ ਬਾਰੇ ਜਾਣਾਂਗੇ। ਐਕਸੈਸ ਵਿੱਚ ਡਾਟਾ ਫਿਲਟਰ ਇੱਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਅਸੀਂ ਉਹੀ ਡਾਟਾ ਵੇਖ ਸਕਦੇ ਹਾਂ ਜਿਸ ਦੀ ਸਾਨੂੰ ਜ਼ਰੂਰਤ ਹੈ ਜਾਂ ਜੋ ਡਾਟਾ ਅਸੀਂ ਵੇਖਣਾ ਚਾਹੁੰਦੇ ਹਾਂ। ਫਿਲਟਰ ਦੀ ਵਰਤੋਂ ਕਰਦੇ ਹੋਏ ਅਸੀਂ ਡਾਟਾ ਲਈ ਕ੍ਰਾਈਟੇਰੀਆ ਜਾਂ ਰੂਲ ਸੈੱਟ ਕਰ ਸਕਦੇ ਹਾਂ ਅਤੇ ਇਹ ਸਾਨੂੰ ਟੇਬਲ ਵਿੱਚੋਂ ਉਹੀ ਰਿਕਾਰਡ ਲੱਭ ਕੇ ਦੇਵੇਗਾ ਜੋ ਅਸੀਂ ਲੱਭਣਾ ਜਾਂ ਦੇਖਣਾ ਚਾਹੁੰਦੇ ਹਾਂ। ਫਿਲਟਰ ਸਾਨੂੰ ਬਿਨਾਂ ਕਿਸੇ ਮੁਸ਼ਕਲ ਦੇ ਬਿਲਕੁਲ ਸਹੀ ਰਿਕਾਰਡ ਲੱਭ ਕੇ ਦਿੰਦੇ ਹਨ। ਤੇ ਹੁਣ ਅਸੀਂ ਡਾਟਾ ਫਿਲਟਰ ਨੂੰ MS ਐਕਸੈਸ ਵਿੱਚ ਅਪਲਾਈ ਕਰਕੇ ਦੇਖ ਲੈਂਦੇ ਹਾਂ। ਹੁਣ ਅਸੀਂ ਫਿਲਟਰ ਨੂੰ ਪ੍ਰੈਕਟੀਕਲ ਰਾਹੀਂ ਸਮਝ ਲੈਂਦੇ ਹਾਂ। ਸੋ ਫਿਲਟਰ ਨੂੰ ਲਗਾਉਣ ਲਈ ਸਭ ਤੋਂ ਪਹਿਲਾਂ ਜਿਸ ਵੀ ਕਾਲਮ ਤੇ ਅਸੀਂ ਫਿਲਟਰ ਅਪਲਾਈ ਕਰਨਾ ਚਾਹੁੰਦੇ ਹਾਂ, ਜੇ ਮੰਨ ਲਓ ਸਟੂਡੈਂਟ ਨੇਮ ਹੈ, ਸਟੂਡੈਂਟ ਨੇਮ ਨੂੰ ਸਿਲੈਕਟ ਕਰੋ। ਹੋਮ ਟੈਬ ਦੇ ਵਿੱਚ ਸੌਰਟ ਐਂਡ ਫਿਲਟਰ ਗਰੁੱਪ ਦੇ ਵਿੱਚ ਫਿਲਟਰ ਦਾ ਜਿਹੜਾ ਆਪਸ਼ਨ ਹੈ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ। ਇਸ ਉੱਪਰ ਕਲਿੱਕ ਕਰਨ ਦੇ ਨਾਲ ਹੀ ਤੇ ਦੇਖ ਪਾ ਰਹੇ ਹੋ ਇਸ ਵਿੱਚ ਟੈਕਸਟ ਫਿਲਟਰ ਨਜ਼ਰ ਆ ਰਿਹਾ ਹੈ। ਉਸ ਥੱਲੇ ਇਸ ਵਿੱਚ ਕਾਫੀ ਸਾਰੇ ਜਿਹੜੇ ਚੈੱਕ ਬਾਕਸਿਸ ਲੱਗੇ ਹੋਏ ਹਨ। ਜਿਵੇਂ ਇੱਥੇ ਸਿਲੈਕਟ ਆਲ ਹੈ, ਸਿਲੈਕਟ ਆਲ ਤੇ ਕਲਿੱਕ ਕਰੋਗੇ ਤਾਂ ਸਾਰੇ ਅਨਸਿਲੈਕਟ ਹੋ ਜਾਣਗੇ, ਮਤਲਬ ਜੋ ਵੀ ਇੱਥੇ ਟਿਕ ਲੱਗਾ ਹੈ ਸਾਰਾ ਤਾਂ ਹਟ ਜਾਏਗਾ। ਹੁਣ ਮੰਨ ਲਓ ਇਹਨਾਂ ਸਾਰੇ ਰਿਕਾਰਡ ਵਿੱਚ ਮੈਂ ਸਿਰਫ ਅਭਿਸ਼ੇਕ ਦਾ ਰਿਕਾਰਡ ਦੇਖਣਾ ਚਾਹੁੰਦਾ ਹਾਂ। ਜਿਸ ਦਾ ਵੀ ਤੁਸੀਂ ਰਿਕਾਰਡ ਦੇਖਣਾ ਚਾਹੁੰਦੇ ਹੋ ਉਸ ਦਾ ਜਿਹੜਾ ਰਿਕਾਰਡ ਹੈ ਉਸ ਦੇ ਅੱਗੇ ਟਿਕ ਲਗਾ ਦਿਓ, ਓਕੇ ਕਰੋ। ਤੁਸੀਂ ਦੇਖ ਪਾ ਰਹੇ ਹੋ ਇਸ ਵਿੱਚ ਸਿਰਫ ਉਹੀ ਰਿਕਾਰਡ ਦਿਖਾਈ ਦੇਵੇਗਾ ਜੋ ਅਸੀਂ ਦੇਖਣਾ ਚਾਹੁੰਦੇ ਹਾਂ। ਦੁਬਾਰਾ ਤੁਸੀਂ ਇਸ ਦੇ ਸੱਜੇ ਪਾਸੇ ਵੀ ਕਲਿੱਕ ਕਰੋਗੇ ਤਾਂ ਵੀ ਜਿਹੜਾ ਫਿਲਟਰ ਹੈ ਉਹਦਾ ਜਿਹੜਾ ਡਾਇਲੌਗ ਬਾਕਸ ਹੈ ਉਹ ਓਪਨ ਹੋ ਜਾਏਗਾ। ਹੁਣ ਅਭਿਸ਼ੇਕ ਦੇ ਨਾਲ ਮੰਨ ਲਓ ਮੈਂ ਬਬਲੂ ਦਾ ਦੇਖਣਾ ਹੈ, ਬਬਲੂ ਤੋਂ ਇਲਾਵਾ ਸੁੰਦਰ ਦਾ ਦੇਖਣਾ ਹੈ, ਓਕੇ ਤੇ ਕਰੋਗੇ ਤੇ ਇਹਨਾਂ ਤਿੰਨਾਂ ਦਾ ਹੀ ਰਿਕਾਰਡ ਸ਼ੋ ਹੋਏਗਾ। ਮਤਲਬ ਕਹਿਣ ਦਾ ਭਾਵ ਫਿਲਟਰ ਸਿਰਫ ਉਹੀ ਰਿਕਾਰਡ ਸਾਡੀ ਸਕਰੀਨ ਤੇ ਪੇਸ਼ ਕਰਦਾ ਹੈ ਜੋ ਅਸੀਂ ਵੇਖਣਾ ਚਾਹੁੰਦੇ ਹਾਂ। ਤੇ ਇਸੇ ਤਰ੍ਹਾਂ ਜੇ ਮੈਂ ਚਾਹੁੰਦਾ ਪਹਿਲਾਂ ਵਾਂਗ ਸਾਰੇ ਰਿਕਾਰਡ ਆ ਜਾਣ ਤਾਂ ਮੈਂ ਸਿਲੈਕਟ ਆਲ ਤੇ ਕਲਿੱਕ ਕਰਾਂਗਾ, ਓਕੇ ਕਰਾਂਗਾ। ਤੁਸੀਂ ਦੇਖ ਪਾ ਰਹੇ ਹੋ ਸਾਰੇ ਜਿਹੜੇ ਰਿਕਾਰਡ ਹੈ ਉਹ ਇਸ ਤਰ੍ਹਾਂ ਨਾਲ ਸਾਡੀ ਸਕਰੀਨ ਤੇ ਸ਼ੋ ਹੋ ਗਏ। ਤੇ ਇਸ ਤਰ੍ਹਾਂ ਅਸੀਂ ਡਾਟਾ ਫਿਲਟਰ ਦੀ ਵਰਤੋਂ ਕਰਦੇ ਹੋਏ ਆਪਣੇ ਟੇਬਲ ਜਾਂ ਲਿਸਟ ਵਿੱਚ ਕਿਸੇ ਵੀ ਰਿਕਾਰਡ ਨੂੰ ਜਿਸ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ ਸਿਰਫ ਉਸੇ ਰਿਕਾਰਡ ਨੂੰ ਵੇਖ ਸਕਦੇ ਹਾਂ। ਹੁਣ ਐਕਸੈਸ ਵਿੱਚ ਸਾਡੇ ਕੋਲ ਅਗਲਾ ਟੌਪਿਕ ਹੈ ਸੌਰਟਿੰਗ ਤੋਂ ਭਾਵ ਹੈ ਡਾਟੇ ਨੂੰ ਘਟਦੇ ਜਾਂ ਵੱਧਦੇ ਕ੍ਰਮ ਵਿੱਚ ਲਗਾਉਣਾ, ਜਾਂ ਇੱਦਾਂ ਵੀ ਕਹਿ ਸਕਦੇ ਹਾਂ ਡਾਟੇ ਨੂੰ ਚੜ੍ਹਦੇ ਜਾਂ ਲਹਿੰਦੇ ਕ੍ਰਮ ਵਿੱਚ ਲਗਾਉਣ ਨੂੰ ਅਸੀਂ ਸੌਰਟਿੰਗ ਕਹਿੰਦੇ ਹਾਂ। ਡਾਟਾਬੇਸ ਵਿੱਚ ਅਸੀਂ ਡਾਟਾ ਨੂੰ ਦੋ ਤਰੀਕਿਆਂ ਰਾਹੀਂ ਸੌਰਟ ਜਾਂ ਅਰੇਂਜ ਕਰ ਸਕਦੇ ਹਾਂ। ਪਹਿਲਾ ਤਰੀਕਾ ਹੈ ਅਸੈਂਡਿੰਗ ਆਰਡਰ, ਜਿਸ ਵਿੱਚ ਅਲਫਾਬੈਟਿਕਲੀ ਸਾਰੇ ਜਿਹੜੇ ਰਿਕਾਰਡ ਆ ਉਹ ਸੌਰਟ ਹੁੰਦੇ ਆ, ਮਤਲਬ A ਤੋਂ ਲੈ ਕੇ Z ਤੱਕ। ਦੂਸਰਾ ਸਾਡੇ ਕੋਲ ਹੈ ਡਿਸੈਂਡਿੰਗ ਆਰਡਰ, ਜਿਸ ਵਿੱਚ ਉਲਟੇ ਕ੍ਰਮ ਵਿੱਚ ਜਿਹੜੇ ਰਿਕਾਰਡ ਆ ਉਹ ਸੌਰਟ ਕੀਤੇ ਜਾ ਸਕਦੇ ਹਨ। ਹੁਣ ਅੱਗੇ ਅਸੀਂ ਇਸ ਨੂੰ ਐਕਸੈਸ ਵਿੱਚ ਵਰਤ ਕੇ ਦੇਖ ਲੈਂਦੇ ਹਾਂ। ਸੋ ਹੁਣ ਅਸੀਂ ਸੌਰਟਿੰਗ ਬਾਰੇ ਸਿੱਖਾਂਗੇ। ਸੌਰਟਿੰਗ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਵੇਂ ਅਸੀਂ ਆਪਣੇ ਇਸ ਟੇਬਲ ਨੂੰ ਓਪਨ ਕੀਤਾ ਹੈ, ਤੁਸੀਂ ਦੇਖ ਪਾ ਰਹੇ ਸਾਡਾ ਟੇਬਲ ਹੈ ਉਹ ਓਪਨ ਹੋ ਚੁੱਕਿਆ ਹੈ। ਇਸ ਟੇਬਲ ਵਿੱਚ ਜਿਸ ਵੀ ਕਾਲਮ ਨੂੰ ਤੁਸੀਂ ਸੌਰਟ ਕਰਨਾ ਚਾਹੁੰਦੇ ਉਸ ਕਾਲਮ ਨੂੰ ਸਿਲੈਕਟ ਕਰੋ। ਜਿਵੇਂ ਕਿ ਮੈਂ ਚਾਹੁੰਦਾ ਹਾਂ ਇਸ ਵਿੱਚ ਜਿਹੜੇ ਸਟੂਡੈਂਟ ਨੇਮ ਸਾਰੇ ਅਲਫਾਬੈਟਿਕਲੀ ਆ ਜਾਣ, ਮਤਲਬ A ਵਾਲਾ ਨਾਮ ਸਭ ਤੋਂ ਉੱਪਰ ਆਏ। ਉਸੇ ਤਰ੍ਹਾਂ ਹੀ ਅਸੈਂਡਿੰਗ ਆਰਡਰ 'ਚ ਜਿਹੜੇ ਸਾਰੇ ਰਿਕਾਰਡ ਆ ਉਸ ਤਰ੍ਹਾਂ ਹੀ ਸਾਨੂੰ ਦਿਖਾਈ ਦੇ ਜਾਣ। ਤੇ ਉਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਸਟੂਡੈਂਟ ਰਿਕਾਰਡ ਨੂੰ ਸਿਲੈਕਟ ਕਰਾਂਗੇ। ਉਸ ਤੋਂ ਬਾਅਦ ਹੋਮ ਟੈਬ ਦੇ ਵਿੱਚ ਜਿਹੜਾ ਸਾਡੇ ਕੋਲ ਸੌਰਟ ਐਂਡ ਫਿਲਟਰ ਗਰੁੱਪ ਹੈ ਇਸ ਵਿੱਚ ਉੱਪਰ ਬਣਿਆ ਹੋਇਆ ਅਸੈਂਡਿੰਗ ਆਰਡਰ, ਅਸੀਂ ਜਿਵੇਂ ਹੀ ਇਸ ਅਸੈਂਡਿੰਗ ਆਰਡਰ ਤੇ ਕਲਿੱਕ ਕਰਾਂਗੇ ਤੇ ਦੇਖ ਪਾ ਰਹੇ ਹੋ ਇਸ ਵਿੱਚ ਸਭ ਤੋਂ ਪਹਿਲਾਂ A ਵਾਲਾ ਨਾਮ ਆ ਗਿਆ, ਫਿਰ B ਆਰਡਰ, ਫਿਰ R, ਫਿਰ S ਵਾਲੇ ਰਿਕਾਰਡ ਇਸ ਤਰ੍ਹਾਂ ਨਾਲ ਅਸੈਂਡਿੰਗ ਆਰਡਰ 'ਚ ਸਾਨੂੰ ਦਿਖਾਈ ਦੇ ਰਹੇ ਨੇ। ਜੇ ਮੈਂ ਚਾਹੁੰਦਾ ਹਾਂ ਇਸ ਰਿਕਾਰਡ ਨੂੰ ਮੈਂ ਅਸੈਂਡਿੰਗ ਆਰਡਰ ਯਾਨੀ ਕਿ ਉਲਟੇ ਕ੍ਰਮ ਵਿੱਚ ਲਗਾਉਣਾ ਹੈ, ਲਹਿੰਦੇ ਕ੍ਰਮ 'ਚ, ਘਟਦੇ ਕ੍ਰਮ 'ਚ, ਤਾਂ ਅਸੀਂ ਡਿਸੈਂਡਿੰਗ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਹੁਣ A ਵਾਲਾ ਅੱਖਰ ਸਭ ਤੋਂ ਹੇਠਾਂ ਚਲਾ ਗਿਆ ਹੈ ਤੇ S ਵਾਲਾ ਸਭ ਤੋਂ ਉੱਪਰ ਆ ਚੁੱਕਿਆ ਹੈ। ਤੇ ਇਸ ਤਰ੍ਹਾਂ ਅਸੀਂ ਸੌਰਟਿੰਗ ਦੀ ਵਰਤੋਂ ਕਰ ਸਕਦੇ ਹਾਂ। ਸੋ ਹੁਣ ਅੱਗੇ ਅਸੀਂ ਰਿਪੋਰਟ ਬਾਰੇ ਜਾਣ ਲੈਂਦੇ ਹਾਂ। ਰਿਪੋਰਟ ਇੱਕ ਡਾਟਾਬੇਸ ਆਬਜੈਕਟ ਹੈ ਜਿਸ ਦੀ ਵਰਤੋਂ ਸਾਡੇ ਵੱਲੋਂ ਇਕੱਠੇ ਕੀਤੇ ਗਏ ਡਾਟਾ ਨੂੰ ਸਾਡੀ ਸੁਵਿਧਾ ਅਨੁਸਾਰ ਹੀ ਪ੍ਰਿੰਟ ਕਰਨ ਦੀ ਸਹੂਲਤ ਦਿੰਦੇ ਹੈ। ਅਸੀਂ ਆਪਣੇ ਟੇਬਲ ਤੇ ਆਧਾਰਿਤ ਰਿਪੋਰਟ ਬਣਾ ਸਕਦੇ ਹਾਂ ਜਾਂ ਤਿਆਰ ਕਰ ਸਕਦੇ ਹਾਂ। ਰਿਪੋਰਟ ਦੀ ਵਰਤੋਂ ਡਾਟੇ ਨੂੰ ਤਰਤੀਬਵਾਰ ਸੰਖੇਪ ਵਿੱਚ ਦਰਸਾਉਣ ਲਈ ਵਰਤੀ ਜਾਂਦੀ ਹੈ। ਜਿਵੇਂ ਕਿ ਰਿਪੋਰਟ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਟੇਬਲ
ਦੀ ਵਰਤੋਂ ਕਰਦੇ ਹਾਂ। ਸੋ ਜੋ ਵੀ ਟੇਬਲ ਵਿੱਚ ਸਾਡੇ ਕੋਲ ਫੀਲਡ ਹੈ ਮੌਜੂਦ ਨੇ, ਤਾਂ ਅਸੀਂ ਜਿਹੜੀ ਫੀਲਡ ਆਪਣੀ ਰਿਪੋਰਟ ਵਿੱਚ ਸ਼ੋਅ ਕਰਨਾ ਚਾਹੁੰਦੇ ਹਾਂ, ਉਹਨਾਂ ਫੀਲਡ ਦੀ ਚੋਣ ਕਰਕੇ ਅਸੀਂ ਉਹੀ ਡਾਟਾ ਆਪਣੀ ਰਿਪੋਰਟ ਵਿੱਚ ਵਿਖਾ ਸਕਦੇ ਹਾਂ। ਹੁਣ ਅਸੀਂ ਪ੍ਰੈਕਟੀਕਲ ਰਾਹੀਂ ਰਿਪੋਰਟ ਬਣਾਉਣ ਦਾ ਤਰੀਕਾ ਸਮਝ ਲੈਂਦੇ ਹਾਂ। ਸੋ ਬੱਚੇ, ਹੁਣ ਅਸੀਂ ਰਿਪੋਰਟ ਬਣਾਉਣੀ ਸਿੱਖਾਂਗੇ। ਤਾਂ ਰਿਪੋਰਟ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਹੋਮ ਟੈਬ ਦੇ ਨਾਲ ਕ੍ਰੀਏਟ ਟੈਬ ਤੇ ਕਲਿੱਕ ਕਰਾਂਗੇ। ਕ੍ਰੀਏਟ ਟੈਬ ਤੇ ਕਲਿੱਕ ਕਰਨ ਤੋਂ ਬਾਅਦ ਇਸ ਦੇ ਰਿਪੋਰਟ ਗਰੁੱਪਸ ਦੇ ਵਿੱਚ ਸਾਡੇ ਕੋਲ ਕਾਫੀ ਸਾਰੇ ਆਪਸ਼ਨ ਹੈ ਰਿਪੋਰਟ ਤਿਆਰ ਕਰਨ ਦੇ। ਅਸੀਂ ਇਸ ਵਿੱਚ ਰਿਪੋਰਟ ਵਿਜ਼ਾਰਡ ਦੇ ਥਰੂ ਅਸੀਂ ਜਿਹੜੀ ਰਿਪੋਰਟ ਆ ਉਹ ਤਿਆਰ ਕਰਾਂਗੇ। ਤਾਂ ਇਸ ਦੇ ਲਈ ਰਿਪੋਰਟ ਵਿਜ਼ਾਰਡ ਤੇ ਕਲਿੱਕ ਕਰਾਂਗੇ। ਤੁਸੀਂ ਦੇਖ ਪਾ ਰਹੇ ਰਿਪੋਰਟ ਵਿਜ਼ਾਰਡ ਦਾ ਜਿਹੜਾ ਡਾਇਲੌਗ ਬਾਕਸ ਹੈ ਕੁਝ ਇਸ ਤਰ੍ਹਾਂ ਨਾਲ ਤੁਹਾਡੀ ਸਕਰੀਨ ਤੇ ਨਜ਼ਰ ਆਏਗਾ। ਇਸ ਵਿੱਚ ਜਿਹੜਾ ਟੇਬਲ, ਜਿਸ ਟੇਬਲ ਤੋਂ ਡਾਟਾ ਫੈਚ ਹੋ ਰਿਹਾ ਹੈ, ਉਹ ਟੇਬਲ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੈ ਸਟੂਡੈਂਟ 1, ਮਤਲਬ ਇਹ ਵਾਲਾ ਜਿਹੜਾ ਆਪਾਂ ਟੇਬਲ ਡਿਜ਼ਾਈਨ ਵੀ ਰਾਹੀਂ ਬਣਾਇਆ ਸੀਗਾ। ਜੇਕਰ ਤੁਸੀਂ ਕੋਈ ਹੋਰ ਟੇਬਲ ਚੁਣਨਾ ਹੈ ਤਾਂ ਇਸ ਤਰ੍ਹਾਂ ਤੁਸੀਂ ਟੇਬਲ ਦੇ ਵਿੱਚੋਂ ਜਿਹੜਾ ਵੀ ਟੇਬਲ ਚੁਣਨਾ ਚਾਹੁੰਦੇ ਹੋ ਉਸ ਦੇ ਹੀ ਇੱਥੇ ਕਾਲਮ ਆ ਜਾਣਗੇ। ਜਿੱਦਾਂ ਮੈਂ ਟੇਬਲ ਸਟੂਡੈਂਟ 1 ਹੀ ਚੁਣ ਲੈਣਾ ਹੈ। ਇਸ ਤੋਂ ਬਾਅਦ ਥੱਲੇ ਅਵੇਲੇਬਲ ਫੀਲਡ ਹੈ, ਇਸ ਵਿੱਚ ਜਿਹੜੀ ਫੀਲਡ ਨੂੰ ਤੁਸੀਂ ਆਪਣੀ ਰਿਪੋਰਟ ਵਿੱਚ ਸ਼ੋਅ ਕਰਨਾ ਚਾਹੁੰਦੇ ਹੋ ਤਾਂ ਇੱਥੇ ਇੱਕ ਇੱਕ ਕਰਕੇ ਤੁਸੀਂ ਉਸ ਨੂੰ ਐਡ ਕਰ ਸਕਦੇ ਹੋ, ਜਾਂ ਇੱਥੇ ਕਲਿੱਕ ਕਰਕੇ ਸਾਰੀਆਂ ਹੀ ਫੀਲਡ ਇੱਕੋ ਵਾਰ 'ਚ ਹੀ ਤੁਹਾਡੀਆਂ ਇੱਥੇ ਐਡ ਹੋ ਜਾਣਗੀਆਂ। ਹੁਣ ਜਿਵੇਂ ਮੈਨੂੰ ਲੱਗਦਾ ਹੈ ਮੈਂ ਇਸ ਵਿੱਚ ਆਈਡੀ ਜਿਹੜੀ ਆ ਉਹ ਮੈਂ ਨਹੀਂ ਵਿੱਚ ਰਿਪੋਰਟ ਸ਼ੋਅ ਕਰਨੀ, ਤਾਂ ਮੈਂ ਇੱਥੋਂ ਬੈਕ ਬਟਨ ਰਾਹੀਂ ਇੱਕ ਇੱਕ ਕਰਕੇ ਉਸ ਫੀਲਡ ਨੂੰ ਵਾਪਸ ਉੱਚ ਭੇਜ ਵੀ ਸਕਦਾ ਹਾਂ। ਮਤਲਬ ਰਿਪੋਰਟ ਵਿੱਚ ਤੁਸੀਂ ਉਹੀ ਕਾਲਮ, ਉਹੀ ਫੀਲਡ ਸ਼ੋਅ ਕਰਾ ਸਕਦੇ ਹੋ ਜਿਸ ਦਾ ਡਾਟਾ ਤੁਸੀਂ ਆਪਣੀ ਰਿਪੋਰਟ ਵਿੱਚ ਦਿਖਾਉਣਾ ਚਾਹੁੰਦੇ ਹੋ। ਉਸ ਤੋਂ ਬਾਅਦ ਅਸੀਂ ਨੈਕਸਟ ਤੇ ਕਲਿੱਕ ਕਰਾਂਗੇ। ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਅਸੀਂ ਦੇਖ ਪਾ ਰਹੇ ਹਾਂ ਰਿਪੋਰਟ ਵਿਜ਼ਾਰਡ ਦਾ ਅਗਲਾ ਆਇਆ ਹੈ, ਡੂ ਯੂ ਵਾਂਟ ਟੂ ਐਡ ਐਨੀ ਗਰੁੱਪਿੰਗ ਲੈਵਲ। ਤੁਸੀਂ ਆਪਣੀ ਜਿਹੜੀ ਰਿਪੋਰਟ ਹੈ ਉਸਦੀ ਗਰੁੱਪਿੰਗ ਜਿਹੜੀ ਹੈ ਉਹ ਇਸੇ ਤਰ੍ਹਾਂ ਕਰਨੀ ਹੈ ਜਾਂ ਇਸ 'ਚ ਕੋਈ ਤੁਸੀਂ ਕਿਸੇ ਨੂੰ ਪਹਿਲਾਂ ਪ੍ਰਾਇੋਰਟੀ ਦੇਣੀ ਹੈ। ਜਿੱਦਾਂ ਮੈਂ ਕੁਛ ਵੀ ਚੇਂਜਸ ਨਹੀਂ ਕਰਨਾ ਚਾਹੁੰਦਾ, ਅਸੀਂ ਨੈਕਸਟ ਤੇ ਕਲਿੱਕ ਕਰ ਦਿੰਦੇ ਹਾਂ। ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਆ ਗਿਆ ਵਾਟ ਸੌਰਟ ਆਰਡਰ ਡੂ ਯੂ ਵਾਂਟ ਫॉर ਯੂਅਰ ਰਿਕਾਰਡ, ਮਤਲਬ ਜਿਹੜੇ ਤੁਹਾਡੇ ਰਿਕਾਰਡ ਉੱਥੇ ਸ਼ੋਅ ਹੋਣਗੇ ਉਸ ਦਾ ਤੁਸੀਂ ਸੌਰਟ ਆਰਡਰ ਕੀ ਰੱਖਣਾ ਹੈ। ਤਾਂ ਅਸੀਂ, ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਜਿਹੜਾ ਫੀਲਡ ਹੈ ਉਹਨੂੰ ਤੁਸੀਂ ਪਹਿਲਾਂ ਦਿਖਾਉਣਾ ਵਾ ਜਾਂ ਬਾਅਦ 'ਚ ਦਿਖਾਉਣਾ ਹੈ, ਉਹਦੇ ਵਿੱਚ ਤੁਸੀਂ ਇਸ ਵਿੱਚ ਚੋਣ ਕਰ ਸਕਦੇ। ਜਿੱਦਾਂ ਮੈਂ ਸਟੂਡੈਂਟ ਨੇਮ ਵੀ ਪਹਿਲਾਂ ਦਿਖਾਉਣਾ ਹੈ ਤਾਂ ਮੈਂ ਇਹ ਅਸੈਂਡਿੰਗ ਆਰਡਰ 'ਚ ਸਾਰੇ ਬੱਚਿਆਂ ਦੇ ਨਾਮ ਜਿਹੜੇ ਆ ਉਹ ਆਉਣਗੇ। ਜੇ ਡਿਸੈਂਡਿੰਗ ਕਰਨਾ ਹੈ ਇੱਥੇ ਕਲਿੱਕ ਕਰਕੇ ਤੁਸੀਂ ਡਿਸੈਂਡਿੰਗ ਵੀ ਕਰ ਸਕਦੇ ਹੋ। ਮਤਲਬ ਸਟੂਡੈਂਟ ਨੇਮ ਜੋ ਮੈਂ ਲੈ ਰਿਹਾ ਹਾਂ ਉਸਦੇ ਜੋ ਵੀ ਨੇਮ ਆਉਣਗੇ ਸਾਰੇ ਅਸੈਂਡਿੰਗ 'ਚ ਹੀ ਆਉਣਗੇ। ਸੈਟਿੰਗ ਕਰਨ ਤੋਂ ਬਾਅਦ ਅੱਗੇ ਆਪਾਂ ਨੈਕਸਟ ਤੇ ਕਲਿੱਕ ਕਰ ਦਿੰਦੇ ਹਾਂ। ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਪੁੱਛ ਰਿਹਾ ਹੈ ਹਾਊ ਵੁੱਡ ਯੂ ਲਾਈਕ ਟੂ ਲੇ ਆਊਟ ਯੂਅਰ ਰਿਪੋਰਟ, ਤੁਹਾਡੀ ਜਿਹੜੀ ਰਿਪੋਰਟ ਆ ਉਸਦਾ ਲੇਆਊਟ ਕਿਸ ਤਰ੍ਹਾਂ ਦਾ ਹੋਵੇਗਾ। ਜਿੱਦਾਂ ਜੇਕਰ ਅਸੀਂ ਕਾਲਮ ਲੈਂਦੇ ਹਾਂ, ਦੇਖ ਪਾ ਰਹੇ ਕਾਲਮ ਦੀ ਫਾਰਮ 'ਚ ਆ ਜਾਏਗਾ ਰਿਕਾਰਡ, ਟੈਬਲਰ ਫਾਰਮ ਦੀ ਟੈਬਲਰ ਦਾ ਟੇਬਲ ਹੁੰਦਾ ਹੈ, ਉੱਪਰ ਹੈਡਿੰਗ ਲਿਖੇ ਹੁੰਦੇ, ਥੱਲੇ ਡਾਟਾ ਹੁੰਦਾ ਹੈ। ਇਸ ਫਾਰਮ 'ਚ ਲਿਆਉਣਾ ਜਾਂ ਜਸਟੀਫਾਈਡ 'ਚ ਕਲਾਸ ਵਾਈਜ਼ ਜਿਹੜਾ ਰਿਕਾਰਡ ਹੈ ਉਹ ਇਸ ਤਰ੍ਹਾਂ ਹੀ ਆਏਗਾ। ਜਿੱਦਾਂ ਮੈਂ ਮੰਨ ਲਓ ਟੈਬਲਰ ਫਾਰਮ 'ਚ ਲੈ ਲੈਣਾ। ਉਸ ਤੋਂ ਬਾਅਦ ਉਸਦਾ ਓਰੀਐਂਟੇਸ਼ਨ ਕੀ ਹੋਏਗਾ, ਤੁਸੀਂ ਪੇਪਰ ਨੂੰ, ਜਿਹੜੀ ਰਿਪੋਰਟ ਹੈ ਉਸਨੂੰ ਪੇਪਰ ਦੇ ਉੱਪਰੋਂ ਥੱਲੇ ਲੰਬੇ ਰੁੱਖ ਤੇ ਪ੍ਰਦਰਸ਼ਿਤ ਕਰਨਾ ਹੈ ਜਾਂ ਲੈਂਡਸਕੇਪ ਚੌੜੇ ਪੇਪਰ, ਜਿਸ ਤਰ੍ਹਾਂ ਦਾ ਵੀ ਤੁਹਾਨੂੰ ਓਰੀਐਂਟੇਸ਼ਨ ਚਾਹੀਦੀ ਹੈ ਤੁਸੀਂ ਇਸ ਵਿੱਚ ਉਸਦੀ ਚੋਣ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ ਨੈਕਸਟ ਕਲਿੱਕ ਕਰਾਂਗੇ। ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਤੁਹਾਡੀ ਰਿਪੋਰਟ ਦਾ ਸਟਾਈਲ ਪੁੱਛ ਰਿਹਾ ਹੈ ਕਿ ਤੁਹਾਨੂੰ ਆਪਣੀ ਰਿਪੋਰਟ ਦਾ ਸਟਾਈਲ ਕਿਸ ਤਰ੍ਹਾਂ ਦਾ ਚਾਹੀਦਾ ਹੈ। ਤੁਹਾਨੂੰ ਇਸ ਵਿੱਚ ਜਿਸ ਤਰ੍ਹਾਂ ਦਾ ਵੀ ਸਟਾਈਲ ਜਿਹੜਾ ਹੈ ਠੀਕ ਲੱਗਦਾ ਹੈ ਤੁਸੀਂ ਉਸ ਦੀ ਜਿਹੜੀ ਚੋਣ ਹੈ ਉਹ ਇਸ ਲਿਸਟ ਵਿੱਚੋਂ ਕਰ ਸਕਦੇ। ਜਿੱਦਾਂ ਮੈਂ ਆਫਿਸ ਚੁਣ ਲਿਆ ਹੈ, ਉਸ ਤੋਂ ਬਾਅਦ ਨੈਕਸਟ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਆਪਣੀ ਰਿਪੋਰਟ ਜਿਹੜਾ ਟੇਬਲ ਹੈ, ਰਿਪੋਰਟ ਦਾ ਨਾਮ ਦੇ ਦਿੰਦੇ ਹਾਂ ਸਟੂਡੈਂਟ ਰਿਪੋਰਟ। ਤੇ ਜੋ ਵੀ ਰਿਪੋਰਟ ਦਾ ਟਾਈਟਲ ਤੁਸੀਂ ਦੇਣਾ ਚਾਹੁੰਦੇ ਹੋ ਆਪਣੇ ਡਾਟਾਬੇਸ ਦਾ, ਉਹ ਤੁਸੀਂ ਆਪਣੇ ਸਬਜੈਕਟ ਦਾ ਨਾਮ ਇੱਥੇ ਦੇ ਸਕਦੇ ਹੋ। ਉਸ ਤੋਂ ਬਾਅਦ ਪ੍ਰੀਵਿਊ ਦਾ ਰਿਪੋਰਟ, ਮਤਲਬ ਜਦੋਂ ਰਿਪੋਰਟ ਜਨਰੇਟ ਹੋਏਗੀ ਪਹਿਲਾਂ ਸਾਨੂੰ ਇਸ ਦਾ ਪ੍ਰੀਵਿਊ ਨਜ਼ਰ ਆਵੇ। ਉਸ ਤੋਂ ਬਾਅਦ ਅਸੀਂ ਫਿਨਿਸ਼ ਤੇ ਕਲਿੱਕ ਕਰ ਦਿਆਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਸਾਡੀ ਜਿਹੜੀ ਰਿਪੋਰਟ ਹੈ ਉਹ ਜਨਰੇਟ ਹੋ ਚੁੱਕੀ ਹੈ। ਤਾਂ ਇਸ ਤਰ੍ਹਾਂ ਅਸੀਂ ਰਿਪੋਰਟ ਵਿਜ਼ਾਰਡ ਦੀ ਵਰਤੋਂ ਕਰਕੇ
ਡਾਟਾਬੇਸ ਵਿੱਚ ਰਿਪੋਰਟ ਜਨਰੇਟ ਕਰ ਸਕਦੇ ਹਾਂ। ਸੋ ਬੱਚੇ, ਹੁਣ ਅਸੀਂ ਇਸ ਪਾਰਟ ਦਾ ਅਭਿਆਸ ਕਰ ਲੈਂਦੇ ਹਾਂ ਜਿਸ ਵਿੱਚ ਸਾਡੇ ਕੋਲ ਪਹਿਲਾਂ ਖਾਲੀ ਥਾਵਾਂ ਨੇ। ਤੇ ਪਹਿਲੀ ਖਾਲੀ ਥਾਂ ਸਾਡੇ ਕੋਲ ਡੈਸ਼ ਇੱਕ ਰਿਲੇਸ਼ਨ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ, ਜਿਸ ਦੀ ਸਾਡੇ ਕੋਲ ਆਪਸ਼ਨ ਹੈ ਐਕਸਲ, ਵਰਡ, ਪਾਵਰਪੁਆਇੰਟ ਜਾਂ ਐਕਸੈਸ। ਸਾਡੇ ਕੋਲ ਇਸਦਾ ਸਹੀ ਆਂਸਰ ਹੈ ਐਕਸੈਸ ਇੱਕ ਰਿਲੇਸ਼ਨ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਅਗਲੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਡਾਟਾਬੇਸ ਦਾ ਮੁੱਖ ਅੰਗ ਹੁੰਦਾ ਹੈ, ਜਿਵੇਂ ਸਾਡੇ ਕੋਲ ਇਸਦੇ ਆਪਸ਼ਨ ਹੈ ਕੁਐਰੀ, ਟੇਬਲ, ਫਾਰਮ ਜਾਂ ਮੋਡਿਊਲ। ਸਾਡੇ ਕੋਲ ਸਹੀ ਆਨਸਰ ਹੈ ਟੇਬਲ ਡਾਟਾਬੇਸ ਦਾ ਮੁੱਖ ਅੰਗ ਹੁੰਦਾ ਹੈ। ਅਗਰ ਤੀਸਰੀ ਖਾਲੀ ਥਾਂ ਹੈ ਇੱਕ ਫੀਲਡ ਇੱਕੋ ਤਰ੍ਹਾਂ ਦੇ ਡੈਸ਼ ਦਾ ਸੈੱਟ ਹੁੰਦਾ ਹੈ। ਤੇ ਸਾਡੇ ਕੋਲ ਇਹ ਆਪਸ਼ਨ ਹੈ ਡਾਟਾਬੇਸ, ਟੇਬਲ, ਡਾਟਾ ਆਈਟਮ ਜਾਂ ਫਾਰਮ। ਸਾਡੇ ਕੋਲ ਇੱਕ ਫੀਲਡ ਇੱਕੋ ਤਰ੍ਹਾਂ ਦੇ ਡਾਟਾ ਆਈਟਮ ਦਾ ਸੈੱਟ ਹੁੰਦਾ ਹੈ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਕੁਐਰੀਜ਼ ਟੇਬਲ ਨੂੰ ਬਦਲਣ, ਡੈਸ਼ ਡੈਸ਼ ਅਤੇ ਡੈਸ਼ ਕਰਨ ਲਈ ਵਰਤੀ ਜਾਂਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਨੇ ਪਹਿਲਾ ਸਾਂਭਣ, ਫਾਰਮ ਜਾਂ ਅਪਡੇਟ, ਦੂਸਰਾ ਹੈ ਡਿਲੀਟ ਕਰਨ, ਟੇਬਲ ਬਣਾਉਣ, ਕੁਐਰੀ ਅਪਡੇਟ, ਤੀਸਰਾ ਹੈ ਸਟੋਰ ਕਰਨ, ਪੇਸਟ ਕਰਨ, ਕਾਪੀ ਕਰਨ, ਤੇ ਲਾਸਟ ਹੈ ਕੁਐਰੀ ਕਾਪੀ ਕਰਨ, ਮੋਡਿਊਲ ਤਿਆਰ ਕਰਨ ਜਾਂ ਰਿਪੋਰਟ ਬਣਾਉਣ। ਤਾਂ ਸਾਡੇ ਕੋਲ ਇਸਦਾ ਸਹੀ ਆਨਸਰ ਹੈ ਕੁਐਰੀ ਟੇਬਲ ਨੂੰ ਬਦਲਣ, ਡਿਲੀਟ ਕਰਨ, ਟੇਬਲ ਬਣਾਉਣ ਅਤੇ ਕੁਐਰੀ ਅਪਡੇਟ ਕਰਨ ਲਈ ਵਰਤੀ ਜਾਂਦੀ ਹੈ। ਅਗਲੀ ਸਾਡੇ ਖਾਲੀ ਥਾਂ ਹੈ ਇੱਕ ਫੀਲਡ ਲਈ ਖਾਸ ਸੈਟਿੰਗ ਡੈਸ਼ ਕਹਾਉਂਦੀ ਹੈ। ਤੇ ਇਸ ਦੇ ਆਪਸ਼ਨ ਹੈ ਡਾਟਾਬੇਸ, ਮੈਕਰੋ, ਡਾਟਾ ਟਾਈਪਸ ਜਾਂ ਰਿਪੋਰਟਸ। ਸਾਡੇ ਕੋਲ ਸਹੀ ਆਨਸਰ ਹੈ ਇੱਕ ਫੀਲਡ ਲਈ ਖਾਸ ਸੈਟਿੰਗ ਡਾਟਾ ਟਾਈਪ ਕਹਾਉਂਦੀ ਹੈ। ਅਗਲੀ ਸਾਡੇ ਕੋਲ ਹੁਣ ਪ੍ਰਸ਼ਨ ਉੱਤਰ ਹੈ ਛੋਟੇ। ਪਹਿਲਾ ਹੈ MS ਐਕਸੈਸ ਦੇ ਕੰਪੋਨੈਂਟ ਦੇ ਨਾਮ ਦੱਸੋ। ਸਾਡੇ ਕੋਲ MS ਕੰਪੋਨੈਂਟ ਦੇ ਮੇਨ 6 ਕੰਪੋਨੈਂਟ ਹੁੰਦੇ ਹਨ। ਪਹਿਲਾ ਟੇਬਲ, ਦੂਸਰਾ ਕੁਐਰੀਜ਼, ਤੀਸਰਾ ਫਾਰਮ, ਚੌਥਾ ਰਿਪੋਰਟ, ਪੰਜਵਾਂ ਮੈਕਰੋ, ਛੇਵਾਂ ਮੋਡਿਊਲਸ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ MS ਐਕਸੈਸ ਵਿੱਚ ਕਿਹੜੇ ਕਿਹੜੇ ਡਾਟਾ ਟਾਈਪ ਵਰਤੇ ਜਾਂਦੇ ਹਨ। MS ਐਕਸੈਸ ਵਿੱਚ ਸਾਡੇ ਕੋਲ ਹੇਠ ਲਿਖੇ ਡਾਟਾ ਟਾਈਪ ਵਰਤੇ ਜਾਂਦੇ ਹਨ। ਜਿਵੇਂ ਪਹਿਲਾ ਹੈ ਸਾਡੇ ਕੋਲ ਟੈਕਸਟ, ਦੂਸਰਾ ਨੰਬਰ, ਤੀਸਰਾ ਡੇਟ ਟਾਈਮ, ਚੌਥਾ ਹਾਂ ਜਾਂ ਨਹੀਂ, ਪੰਜਵਾਂ ਕਰੰਸੀ, ਛੇਵਾਂ ਆਟੋ ਨੰਬਰ, ਸੱਤਵਾਂ ਮੀਮੋ, ਅੱਠਵਾਂ OLE ਆਬਜੈਕਟ, ਨੌਵਾਂ ਹਾਈਪਰਲਿੰਕ, ਦਸਵਾਂ ਗਣਨਾਵਾਂ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ MS ਐਕਸੈਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਸਾਡੇ ਜਿਹੜੇ MS ਦੀਆਂ ਵਿਸ਼ੇਸ਼ਤਾਵਾਂ ਵਿੱਚ ਪਹਿਲੀ ਵਿਸ਼ੇਸ਼ਤਾ ਹੈ ਆਸਾਨ ਇੰਸਟਾਲੇਸ਼ਨ ਅਤੇ ਕੰਮ ਕਰਨਾ, ਦੂਸਰੀ ਹੈ ਆਸਾਨੀ ਨਾਲ ਹਿੱਸਾ ਲੈਣਾ, ਤੀਸਰਾ ਹੈ ਪ੍ਰਸਿੱਧ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ, ਚੌਥਾ ਹੈ ਪੈਸੇ ਦੀ ਬਚਤ, ਪੰਜਵਾਂ ਹੈ ਸੁਵਿਧਾਜਨਕ ਸਟੋਰੇਜ ਸਮਰੱਥਾ, ਛੇਵਾਂ ਹੈ ਮਲਟੀ ਯੂਜ਼ਰ ਸਪੋਰਟ, ਸੱਤਵਾਂ ਹੈ ਡਾਟਾ ਇੰਪੋਰਟ ਕਰਨਾ, ਲਾਸਟ ਹੈ ਸੁਰੱਖਿਅਤ ਡਾਟਾਬੇਸ। ਅੱਗੇ ਸਾਡੇ ਕੋਲ ਹੁਣ ਚੌਥਾ ਪ੍ਰਸ਼ਨ ਹੈ ਰਿਕਾਰਡ ਤੋਂ ਕੀ ਭਾਵ ਹੈ। ਤਾਂ ਕਿਸੇ ਟੇਬਲ ਵਿੱਚ ਰਿਕਾਰਡ ਨੂੰ ਰੋਜ਼ ਨੂੰ ਰਿਕਾਰਡ ਕਿਹਾ ਜਾਂਦਾ ਹੈ। ਰਿਕਾਰਡ ਨੂੰ ਟਪਲ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਹੇਠਾਂ ਚਿੱਤਰ ਵੀ ਦੇਖ ਪਾ ਰਹੇ ਹੋ, ਤੇ ਇਸ ਵਿੱਚ ਜਿਹੜੇ 201 ਦੇ ਨਾਲ ਨਾਂ, ਜਮਾਤ, ਵਿਸ਼ਾ, ਅੰਕ ਜੋ ਵੀ ਭਰਿਆ ਗਿਆ, ਹਰੇਕ ਰੋ ਨੂੰ ਅਸੀਂ ਇੱਕ ਰਿਕਾਰਡ ਕਹਿੰਦੇ ਹਾਂ। ਹੁਣ ਅੱਗੇ ਅਗਲਾ ਪ੍ਰਸ਼ਨ ਹੈ ਟੇਬਲ ਕੀ ਹੁੰਦਾ ਹੈ। ਟੇਬਲ ਬਣਾਉਣ ਦੇ ਵੱਖ-ਵੱਖ ਤਰੀਕੇ ਦੱਸੋ। ਟੇਬਲ ਇੱਕ ਡਾਟਾਬੇਸ ਆਬਜੈਕਟ ਹੈ ਜਿਸ ਦੀ ਵਰਤੋਂ ਡਾਟਾ ਨੂੰ ਸਟੋਰ ਕਰਨ, ਵੇਖਣ ਅਤੇ ਡਾਟੇ ਵਿੱਚ ਕੁਝ ਬਦਲਾਅ ਕਰਨ ਲਈ ਕੀਤੀ ਜਾਂਦੀ ਹੈ। ਟੇਬਲ ਦੇ ਇੱਕ ਰਿਕਾਰਡ ਵਿੱਚ ਇੱਕ ਜਾਂ ਇੱਕ ਤੋਂ ਵੱਧ ਫੀਲਡ ਹੋ ਸਕਦੇ ਹਨ। ਹਰੇਕ ਫੀਲਡ ਵਿੱਚ ਟੇਬਲ ਦੇ ਇੱਕ ਖਾਸ ਵਿਸ਼ੇ ਬਾਰੇ ਡਾਟਾ ਸਟੋਰ ਹੁੰਦਾ ਹੈ। ਤਾਂ ਟੇਬਲ ਬਣਾਉਣ ਦੇ ਸਾਡੇ ਕੋਲ ਵੱਖ-ਵੱਖ ਦੋ ਤਰੀਕੇ ਹਨ। ਪਹਿਲਾ ਹੈ ਡਾਟਾ ਸ਼ੀਟ ਵਿਊ ਰਾਹੀਂ, ਦੂਸਰਾ ਹੈ ਟੇਬਲ ਡਿਜ਼ਾਈਨ ਵਿਊ ਰਾਹੀਂ। ਅਗਲਾ ਪ੍ਰਸ਼ਨ ਸਾਡੇ ਕੋਲ ਛੇਵਾਂ ਫਾਰਮ ਤੋਂ ਕੀ ਭਾਵ ਹੈ। ਫਾਰਮ ਇੱਕ ਡਾਟਾਬੇਸ ਆਬਜੈਕਟ ਹੈ। ਫਾਰਮ ਟੇਬਲ ਦੀ ਗ੍ਰਾਫਿਕਲ ਪੇਸ਼ਕਾਰੀ ਹੈ ਜਿਸ ਦੀ ਵਰਤੋਂ ਟੇਬਲ ਵਿੱਚ ਡਾਟਾ ਭਰਨ, ਮੌਜੂਦਾ ਟੇਬਲ ਵਿੱਚ ਡਾਟਾ ਬਦਲਣ ਜਾਂ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਫਾਰਮ ਦੀ ਵਰਤੋਂ ਆਮ ਤੌਰ 'ਤੇ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਇਹ ਲੋਕਾਂ ਨੂੰ ਡਾਟਾ ਸਹੀ ਤਰੀਕੇ ਨਾਲ ਭਰਨ ਵਿੱਚ ਸਹਾਇਤਾ ਕਰਦਾ ਹੈ। ਅੱਗੇ ਸੱਤਵਾਂ ਪ੍ਰਸ਼ਨ ਹੈ ਰਿਪੋਰਟ ਕੀ ਹੁੰਦੀ ਹੈ। ਰਿਪੋਰਟ ਇੱਕ ਡਾਟਾਬੇਸ ਆਬਜੈਕਟ ਹੈ ਜਿਸ ਦੀ ਵਰਤੋਂ ਸਾਡੇ ਵੱਲੋਂ ਇਕੱਠੇ ਕੀਤੇ ਗਏ ਡਾਟਾ ਨੂੰ ਸਾਡੀ ਸੁਵਿਧਾ ਅਨੁਸਾਰ ਹੀ ਪ੍ਰਿੰਟ ਕਰਨ ਦੀ ਸਹੂਲਤ ਦਿੰਦੀ ਹੈ। ਅਸੀਂ ਆਪਣੇ ਟੇਬਲ ਦੇ ਆਧਾਰਿਤ ਰਿਪੋਰਟ ਬਣਾ ਸਕਦੇ ਹਾਂ। ਅਗਲਾ ਸਾਡੇ ਕੋਲ ਵੱਡੇ ਪ੍ਰਸ਼ਨ ਹੈ ਡਾਟਾਬੇਸ ਡਿਜ਼ਾਈਨ ਲਈ ਸਾਡੇ ਕੋਲ ਕੀ ਕੀ ਜ਼ਰੂਰੀ ਸਿੱਧਾ ਹਨ, ਜਾਣਕਾਰੀ ਦਿਓ। ਪਹਿਲੀ ਸਾਡੇ ਕੋਲ ਹੈ ਆਪਣੀ ਜ਼ਰੂਰਤ ਦੇ ਅਨੁਸਾਰ ਉਹ ਸਾਰੇ ਫੀਲਡ ਲੱਭੋ
ਜਿਨ੍ਹਾਂ ਤੋਂ ਸਾਨੂੰ ਲੋੜੀਂਦੀ ਜਾਣਕਾਰੀ ਪ੍ਰਾਪਤ ਹੋ ਸਕੇ। ਡਿਜ਼ਾਈਨ ਵਧੀਆ ਬਣਾਉਣ ਲਈ ਡਾਟਾ ਦੇ ਹਰ ਇੱਕ ਹਿੱਸੇ ਨੂੰ ਛੋਟੇ ਮਹੱਤਵਪੂਰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਟੇਬਲ ਵਿੱਚ ਗਰੁੱਪ ਸੰਬੰਧੀ ਫੀਲਡ ਨੂੰ ਬਣਾਓ। ਹਰੇਕ ਟੇਬਲ ਵਿੱਚ ਪ੍ਰਾਇਮਰੀ ਕੀ ਬਣਾਓ ਜੋ ਕਿ ਵਿਲੱਖਣ ਤੌਰ ਤੇ ਪਛਾਣੀ ਜਾ ਸਕੇ। ਟੇਬਲ ਦੇ ਵਿੱਚ ਇੱਕ ਸਾਂਝਾ ਫੀਲਡ ਵੀ ਪਾਉਣਾ ਚਾਹੀਦਾ ਹੈ। ਹੁਣ ਅੱਗੇ ਸਾਡੇ ਕੋਲ ਦੂਸਰਾ ਆਪਰੇਸ਼ਨ ਹੈ, ਡਾਟਾ ਸ਼ੀਟ ਵਿਊ ਰਾਹੀਂ ਟੇਬਲ ਬਣਾਉਣ ਦੇ ਸਟੈਪ ਲਿਖੋ। ਡਾਟਾ ਸ਼ੀਟ ਵਿਊ ਰਾਹੀਂ ਟੇਬਲ ਡਿਜ਼ਾਈਨ ਕਰਨ ਦੇ ਸਾਡੇ ਕੋਲ ਪਹਿਲਾ ਸਟੈਪ ਹੈ, ਟੇਬਲ ਗਰੁੱਪ ਵਿੱਚ ਕ੍ਰੀਏਟ ਟੈਬ ਵਿੱਚ ਟੇਬਲ ਬਟਨ ਉੱਤੇ ਕਲਿੱਕ ਕਰੋ। ਇੱਕ ਨਵਾਂ ਬਲੈਂਕ ਟੇਬਲ ਡਾਟਾ ਸ਼ੀਟ ਵਿਊ ਵਿੱਚ ਆਬਜੈਕਟ ਵਿੰਡੋ ਵਿੱਚ ਖੁੱਲ੍ਹ ਜਾਵੇਗਾ। ਕਲਿੱਕ ਟੂ ਐਡ ਕਾਲਮ ਵਿੱਚ ਪਹਿਲੇ ਸੈੱਲ ਵਿੱਚ ਕਲਿੱਕ ਕਰੋ। ਫਿਰ ਆਪਣੇ ਨਵੇਂ ਰਿਕਾਰਡ ਲਈ ਟੇਬਲ ਦੀ ਪਹਿਲੀ ਆਈਟਮ ਭਰੋ। ਕਾਲਮ ਦੇ ਸੱਜੇ ਪਾਸੇ ਜਾਣ ਲਈ ਟੈਬ ਜਾਂ ਐਂਟਰ ਕੀ ਦਬਾਓ। ਉਸ ਤੋਂ ਬਾਅਦ ਤੀਸਰਾ ਪੁਆਇੰਟ ਹੈ, ਰੋ ਸਿਲੈਕਟ ਵਿੱਚ ਪੈਨਸਿਲ ਆਈਕਨ ਉੱਤੇ ਕਲਿੱਕ ਕਰੋ। ਇਸ ਤਰ੍ਹਾਂ ਪਹਿਲਾ ਰਿਕਾਰਡ ਸੇਵ ਹੋ ਜਾਵੇਗਾ ਜਿਸ ਦਾ ਮੁੱਲ 1 ਹੋਵੇਗਾ ਅਤੇ ਬਾਕੀ ਰਿਕਾਰਡ ਵੀ ਇਸ ਤਰ੍ਹਾਂ ਹੀ ਸੇਵ ਹੁੰਦੇ ਰਹਿਣਗੇ। ਇਸੇ ਤਰ੍ਹਾਂ ਵੱਖ-ਵੱਖ ਡਾਟਾ ਆਈਟਮ ਐਂਟਰ ਜਾਂ ਟੈਬ ਕੀ ਦਬਾ ਕੇ ਭਰਨਾ ਜਾਰੀ ਰੱਖੋ। ਜਦੋਂ ਤੁਸੀਂ ਆਪਣੇ ਰਿਕਾਰਡ ਸਾਰਾ ਡਾਟਾ ਭਰ ਲੈਂਦੇ ਹੋ ਤਾਂ ਆਪਣਾ ਰਿਕਾਰਡ ਸੇਵ ਕਰਨ ਲਈ ਕਿਸੇ ਵੀ ਹੇਠਾਂ ਵਾਲੀ ਰੋ ਵਿੱਚ ਕਲਿੱਕ ਕਰੋ। ਆਪਣੀ ਜ਼ਰੂਰਤ ਅਨੁਸਾਰ ਡਾਟਾ ਐਂਟਰ ਕਰਨ ਤੋਂ ਬਾਅਦ ਆਪਣੇ ਟੇਬਲ ਨੂੰ ਸੇਵ ਕਰ ਦਿਓ। ਅੱਗੇ ਤੀਜਾ ਆਪਰੇਸ਼ਨ ਸਾਡੇ ਕੋਲ ਡਿਜ਼ਾਈਨ ਵਿਊ ਰਾਹੀਂ ਟੇਬਲ ਕਿਵੇਂ ਬਣਾਇਆ ਜਾਂਦਾ ਹੈ, ਤਾਂ ਉਸਦੇ ਸਟੈਪ ਦੱਸੋ। ਸੋ ਡਿਜ਼ਾਈਨ ਵਿਊ ਰਾਹੀਂ ਟੇਬਲ ਬਣਾਉਣ ਦਾ ਸਾਡੇ ਕੋਲ ਜਿਹੜਾ ਤਰੀਕਾ ਹੈ, ਸਭ ਤੋਂ ਪਹਿਲਾਂ ਕ੍ਰੀਏਟ ਟੈਬ ਅਧੀਨ ਟੇਬਲ ਗਰੁੱਪ ਵਿੱਚ ਟੇਬਲ ਡਿਜ਼ਾਈਨ ਬਟਨ ਤੇ ਕਲਿੱਕ ਕਰੋ। ਆਬਜੈਕਟ ਵਿੰਡੋ ਵਿੱਚ ਇੱਕ ਖਾਲੀ ਟੇਬਲ ਓਪਨ ਹੋ ਜਾਵੇਗਾ। ਦੂਸਰਾ ਪੁਆਇੰਟ ਹੈ, ਫੀਲਡ ਨੇਮ ਕਾਲਮ ਵਿੱਚ ਪਹਿਲਾਂ ਫੀਲਡ ਨੇਮ ਟਾਈਪ ਕਰੋ। ਫੀਲਡ ਨੇਮ 64 ਕਰੈਕਟਰ ਦੇ ਹੋ ਸਕਦੇ ਹਨ ਜਿਨ੍ਹਾਂ ਵਿੱਚ ਲੈਟਰ, ਨੰਬਰ, ਸਪੇਸ, ਬ੍ਰੈਕਟ ਆਦਿ ਹੋ ਸਕਦੇ ਹਨ। ਡਾਟਾ ਟਾਈਪ ਕਾਲਮ ਵਿੱਚ ਡਾਊਨ ਐਰੋ ਉੱਤੇ ਕਲਿੱਕ ਕਰੋ ਅਤੇ ਲਿਸਟ ਵਿੱਚੋਂ ਇੱਕ ਡਾਟਾ ਟਾਈਪ ਚੁਣੋ। ਡਿਸਕ੍ਰਿਪਸ਼ਨ ਕਾਲਮ ਵਿੱਚ ਫੀਲਡ ਲਈ ਡਿਸਕ੍ਰਿਪਸ਼ਨ ਟਾਈਪ ਕਰੋ। ਹੋਰ ਫੀਲਡ ਲੈ ਕੇ ਆਪਣੇ ਲਈ ਸਟੈਪ 2 ਤੋਂ 4 ਦੁਹਰਾਓ। ਸਾਰੇ ਫੀਲਡ ਭਰਨ ਤੋਂ ਬਾਅਦ ਟੇਬਲ ਨੂੰ ਸੇਵ ਕਰ ਦਿਓ। ਉਸ ਤੋਂ ਬਾਅਦ ਅਗਲਾ ਆਪਰੇਸ਼ਨ ਹੈ, ਫਿਲਟਰ ਕੀ ਹੁੰਦੇ ਹਨ, ਇਸ ਨੂੰ ਲਾਗੂ ਕਰਨ ਦੇ ਸਟੈਪ ਲਿਖੋ। ਐਕਸੈਸ ਵਿੱਚ ਡਾਟਾ ਫਿਲਟਰ ਇੱਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਅਸੀਂ ਉਹੀ ਡਾਟਾ ਦੇਖ ਸਕਦੇ ਹਾਂ ਜਿਸ ਦੀ ਸਾਨੂੰ ਜ਼ਰੂਰਤ ਹੋਵੇ। ਫਿਲਟਰ ਦੀ ਵਰਤੋਂ ਕਰਦੇ ਹੋਏ ਅਸੀਂ ਡਾਟਾ ਲਈ ਕ੍ਰਾਈਟੇਰੀਆ ਜਾਂ ਰੂਲ ਸੈੱਟ ਕਰ ਸਕਦੇ ਹਾਂ ਅਤੇ ਇਹ ਸਾਨੂੰ ਟੇਬਲ ਵਿੱਚ ਉਹੀ ਰਿਕਾਰਡ ਲੱਭ ਕੇ ਦੇਵੇਗਾ ਜੋ ਸਾਨੂੰ ਲੱਭਣਾ ਚਾਹੁੰਦੇ ਹਾਂ। ਫਿਲਟਰ ਸਾਨੂੰ ਬਿਨਾਂ ਕਿਸੇ ਮੁਸ਼ਕਲ ਦੇ ਬਿਲਕੁਲ ਸਹੀ ਰਿਕਾਰਡ ਲੱਭ ਕੇ ਦਿੰਦੇ ਹਨ। ਹੁਣ ਅੱਗੇ ਅਸੀਂ ਡਾਟਾ ਫਿਲਟਰ ਲਾਗੂ ਕਰਨ ਦੇ ਜਿਹੜੇ ਸਟੈਪ ਆ ਪੜ੍ਹ ਲੈਣੇ, ਜਿਸ ਵਿੱਚ ਸਾਡੇ ਕੋਲ ਇਸ ਦਾ ਪਹਿਲਾ ਸਟੈਪ ਹੈ, ਤੁਸੀਂ ਜਿਸ ਫੀਲਡ ਉੱਤੇ ਫਿਲਟਰ ਲਾਉਣਾ ਚਾਹੁੰਦੇ ਹੋ ਉਸ ਫੀਲਡ ਦੇ ਨਾਲ ਵਾਲੇ ਡ੍ਰੌਪ ਡਾਊਨ ਐਰੋ ਤੇ ਕਲਿੱਕ ਕਰੋ। ਇੱਕ ਚੈੱਕ ਲਿਸਟ ਦੇ ਨਾਲ ਇੱਕ ਡ੍ਰੌਪ ਡਾਊਨ ਮੈਨੂ ਸਾਹਮਣੇ ਨਜ਼ਰ ਆਵੇਗਾ। ਫਿਲਟਰ ਦੇ ਨਤੀਜੇ ਵਿੱਚ ਸਿਰਫ ਚੈੱਕ ਲੱਗੀਆਂ ਆਈਟਮਾਂ ਹੀ ਦਿਖਾਈ ਦੇਣਗੀਆਂ। ਕਿਸੇ ਆਈਟਮ ਨੂੰ ਇੱਕੋ ਸਮੇਂ ਸਿਲੈਕਟ ਜਾਂ ਡੀਸਿਲੈਕਟ ਕਰਨ ਲਈ ਚੈੱਕ ਬਾਕਸ ਤੇ ਕਲਿੱਕ ਕਰੋ। ਓਕੇ ਬਟਨ ਤੇ ਕਲਿੱਕ ਕਰੋ ਤੇ ਤੁਹਾਡਾ ਜਿਹੜਾ ਫਿਲਟਰ ਹੈ ਲਾਗੂ ਹੋ ਜਾਵੇਗਾ। ਅੱਗੇ ਲਾਸਟ ਆਪਰੇਸ਼ਨ ਹੈ, ਸੌਰਟਿੰਗ ਤੋਂ ਕੀ ਭਾਵ ਹੈ, ਸੌਰਟਿੰਗ ਨੂੰ ਡਾਟਾਬੇਸ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ। ਤਾਂ ਟੇਬਲ ਵਿੱਚ ਡਾਟੇ ਨੂੰ ਚੜ੍ਹਦੇ ਜਾਂ ਲੈਂਦੇ ਕ੍ਰਮ ਵਿੱਚ ਲਗਾਉਣ ਦੀ ਪ੍ਰਕਿਰਿਆ ਨੂੰ ਅਸੀਂ ਸੌਰਟਿੰਗ ਕਹਿੰਦੇ ਹਾਂ। ਐਕਸੈਸ ਰਿਕਾਰਡ ਨੂੰ ਉਹਨਾਂ ਦੇ ਆਈਡੀ ਨੰਬਰ ਤੋਂ ਸੌਰਟ ਕਰਦਾ ਹੈ। ਸੌਰਟਿੰਗ ਡਾਟਾਬੇਸ ਵਿੱਚ ਲਾਗੂ ਕਰਨ ਦੇ ਸਾਡੇ ਕੋਲ ਜਿਹੜੇ ਸਟੈਪ ਹਨ, ਪਹਿਲਾ ਸਟੈਪ ਹੈ, ਕੋਈ ਇੱਕ ਫੀਲਡ ਸਿਲੈਕਟ ਕਰੋ ਜਿਸ ਨੂੰ ਤੁਸੀਂ ਟੇਬਲ ਵਿੱਚ ਸੌਰਟ ਕਰਨਾ ਚਾਹੁੰਦੇ ਹੋ। ਹੋਮ ਟੈਬ ਰਿਬਨ ਉੱਤੇ ਕਲਿੱਕ ਕਰੋ ਅਤੇ ਸੌਰਟ ਅਤੇ ਫਿਲਟਰ ਗਰੁੱਪ ਉੱਤੇ ਜਾਓ। ਫੀਲਡ ਨੂੰ ਸੌਰਟ ਕਰਨ ਲਈ ਅਸੈਂਡਿੰਗ ਜਾਂ ਡਿਸੈਂਡਿੰਗ ਕਮਾਂਡ ਸਿਲੈਕਟ ਕਰੋ। ਟੈਕਸਟ ਨੂੰ A ਤੋਂ Z ਵੱਲ ਸੌਰਟ ਕਰਨ ਲਈ ਅਸੈਂਡਿੰਗ ਆਰਡਰ ਨੂੰ ਸਿਲੈਕਟ ਕਰੋ ਜਾਂ Z ਤੋਂ A ਵੱਲ ਨੂੰ ਡਿਸੈਂਡਿੰਗ ਆਰਡਰ ਨੂੰ ਸਿਲੈਕਟ ਕਰ ਸਕਦੇ ਹੋ। ਹੁਣ ਤੁਹਾਡਾ ਟੇਬਲ ਸਿਲੈਕਟ ਕੀਤੇ ਫੀਲਡ ਦੇ ਅਨੁਸਾਰ ਸੌਰਟ ਹੋ ਜਾਵੇਗਾ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਚਾਹੁੰਦੇ ਹੋ ਇਸੇ ਤਰ੍ਹਾਂ ਹੀ ਹੋਰ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।